ਵਿਸ਼ੇਸ਼ ਸੱਤਾ ਚਾਹੁੰਦੀ ਹੈ ਤਾਂ ਉਹ ਇਸ ਦਾ ਦੁਰਉਪਯੋਗ ਕਰਕੇ ਆਪਣੇ ਵਿਰੋਧੀਆਂ ਨੂੰ ਦਬਾਉਣ ਵਾਸਤੇ ਉਹਨਾਂ ਦੇ ਦੇਸ਼ ਧਰੋ ਦੀ ਇਹ ਧਾਰਾ 124 ਲਾ ਦਿੰਦੀ ਹੈ ਤੇ ਚੱਕ ਕੇ ਅੰਦਰ ਛੱਡ ਦਿੰਦੀ ਹੈ। ਔਰ ਇਹਦੇ ਵਿੱਚ ਮਤਲਬ ਇਸ ਤਰ੍ਹਾਂ ਇਹ ਹੈ ਕਿ ਛੇਤੀ ਕਿਤੇ ਜ਼ਮਾਨਤ ਨਹੀਂ ਹੁੰਦੀ, ਬੰਦਾ ਜੇਲ੍ਹਾਂ 'ਚ ਸੜਦਾ ਰਹਿੰਦਾ ਜੀ। ਸਿੱਧੇ ਤੌਰ ਤੇ ਸੁਪਰੀਮ ਕੋਰਟ ਦਾ ਇਹ ਨਜ਼ਰੀਆ ਹੈ ਕਿ ਇਹ ਮਨੁੱਖੀ ਹਕੂਕ ਦੀ ਖਿਲਾਫ ਵਰਜ਼ੀ ਹੈ। ਕਿਸੇ ਨੂੰ ਇਸ ਕਾਨੂੰਨ ਦੇ ਤਹਿਤ ਬਿਨਾਂ ਮਤਲਬ ਤੁਸੀਂ ਕੋਈ ਸੋਚੇ ਸਮਝੇ ਤਾਂ ਸਿਰਫ ਸਿਆਸੀ ਕਿੜ ਕੱਢਣ ਵਾਸਤੇ ਜਾਂ ਬਦਲਾਖੋਰੀ ਦੇ ਤਹਿਤ ਕਿਸੇ ਨੂੰ ਚੱਕ ਕੇ ਤੁਸੀਂ ਅੰਦਰ ਕਰ ਦਿਓ, ਫਿਰ ਦੇਸ਼ ਧਰੋਹ ਦਾ ਔਰ ਉਹਨਾਂ ਨੇ ਮਤਲਬ ਬੜੇ ਦ੍ਰਿੜਤਾ ਨਾਲ ਇਹ ਗੱਲ ਕਹੀ ਹੈ ਕਿ 1500 ਦੇ ਲਗਭਗ ਕਲੋਨੀਅਲ ਰਾਜ ਦੇ ਕਾਨੂੰਨ ਨੇ ਜਿਹੜੇ ਬਸਤੀਵਾਦੀ ਜੋ ਅਸੀਂ ਬਦਲੇ ਨੇ, ਕਿਉਂਕਿ ਸਾਨੂੰ ਲੱਗਦਾ ਕਿ ਉਹ ਹੁਣ ਸਮਾਂ ਨਹੀਂ ਰਿਹਾ ਔਰ ਉਹ ਵਕਤ ਵਿਹਾ ਗਏ ਨੇ। ਤਾਂ ਇਸ ਕਰਕੇ ਮਤਲਬ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇੰਨੀ ਸੰਜੀਦਗੀ ਨਾਲ ਬਿਆਨ ਦੇਣਾ ਮਾਨੇ ਰੱਖਦਾ ਹੈ। ਸਤਿ ਸ਼੍ਰੀ ਅਕਾਲ, HSN TV ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਚੰਗੇ ਪ੍ਰੋਗਰਾਮ 'ਚ ਨਿੱਘਾ ਸਵਾਗਤ। ਮੈਂ ਹਾਂ ਸ਼ੀਤਲ ਠਾਕੁਰ, ਮੇਰੇ ਨਾਲ ਸਾਥੀ ਸਾਡੇ ਮੌਜੂਦ ਨੇ ਮਿਸਟਰ ਬਲਜੀਤ ਸਿੰਘ ਸਰ। ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਸ਼ੁਕਰੀਆ ਸ਼ੀਤਲ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਸਰ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਖਬਾਰ ਦੀ ਫਰੰਟ ਪੇਜ ਦੀ ਖਬਰ ਸੀ ਦੇਸ਼ ਦਰੋਹ ਕਾਨੂੰਨ ਨੂੰ ਲੈ ਕੇ। ਸੁਪਰੀਮ ਕੋਰਟ ਨੇ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਬਸਤੀਵਾਦੀ ਯੁੱਗ ਦੇ ਕਾਨੂੰਨ ਬਣੇ ਹੋਏ ਨੇ, ਜਿਵੇਂ ਕਿ ਦੇਸ਼ ਧਰੋਹ ਦਾ ਕਾਨੂੰਨ ਜਿਹੜਾ ਹੈ, ਇਹ ਕਹਿੰਦੇ ਬਹੁਤ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਇੱਕ ਕਾਨੂੰਨ ਪਾਸ ਹੋਏ ਸਨ, ਉਸ ਤੋਂ ਬਾਅਦ ਇਹਨਾਂ ਦੇ ਵਿੱਚ ਜਿਹੜੀਆਂ ਅਮੈਂਡਮੈਂਟ ਜਿਹੜੀਆਂ ਸਮੇਂ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਉਹ ਨਹੀਂ ਹੋਈਆਂ ਤੇ ਇਹਨਾਂ ਦੀ ਜਾਂਚ ਪੜਤਾਲ ਜਿਹੜੀ ਕਰਨੀ ਚਾਹੀਦੀ, ਪੜਚੋਲ ਕਰਨੀ ਚਾਹੀਦੀ, ਇਹਨਾਂ 'ਚ ਕੁਝ ਬਦਲਾਵ ਕਰਨੇ ਚਾਹੀਦੇ ਨੇ। ਕੀ ਟਿੱਪਣੀ ਕਰਦੇ ਹੋ? ਦਰਅਸਲ ਸ਼ੀਤਲ, ਇਹ ਜਿਹੜਾ ਕਾਨੂੰਨ ਹੈ 124 ਇਹ ਦੇਸ਼ ਧਰੋਹ ਦੀ ਧਾਰਾ ਹੈ, ਇਹ ਜਦੋਂ ਕਿਸੇ ਵਿਅਕਤੀ ਤੇ ਲਾਈ ਜਾਂਦੀ ਹੈ ਤਾਂ ਇਹਦਾ ਮਤਲਬ ਇਹ ਹੁੰਦਾ ਕਿ ਉਹਨੇ ਦੇਸ਼ ਨਾਲ ਗੱਦਾਰੀ ਕੀਤੀ ਹੈ ਜਾਂ ਦੇਸ਼ ਨਾਲ ਕੋਈ ਫਰੇਬ ਜਾਂ ਧਰੋਹ ਕਮਾਇਆ। ਇਹ ਜਿਹੜਾ ਕਾਨੂੰਨ ਹੈ 1860 ਦੇ ਵਿੱਚ ਬਣੀ ਇੰਡੀਅਨ ਪੈਨਲ ਕੋਡ, ਠੀਕ, ਜਿਹਨੂੰ ਕਹਿੰਦੇ ਆ ਦੰਡਾਵਲੀ। ਠੀਕ, ਹੁਣ ਇੰਡੀਅਨ ਪੈਨਲ ਕੋਡ ਹੈ ਜਿਹੜਾ ਉਸ ਵੇਲੇ ਪੈਨਲ ਕੋਡ ਸੀ, ਮਤਲਬ ਦੰਡਾਵਲੀ ਸੀ ਜਿਹੜੀ ਕਾਨੂੰਨ ਉਹ ਫਾਰਮ ਹੋਈ ਤਾਂ ਉਹਦੇ ਵਿੱਚ ਸੈਡੀਸ਼ਨ ਦਾ ਲਾਅ ਸ਼ਾਮਿਲ ਨਹੀਂ ਸੀ। 1870 ਦੇ ਵਿੱਚ ਫਿਰ ਇਹ ਲਾਅ ਜਿਹੜਾ ਹੈ ਉਸ ਵੇਲੇ ਬਸਤੀਵਾਦੀ ਯੁੱਗ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਤਾਂ ਉਹਦੇ ਵਿੱਚ ਤਰਕ ਇਹ ਦਿੱਤਾ ਗਿਆ ਕਿ ਉਹਦੇ 'ਚ ਕਿਤੇ ਮਤਲਬ ਸਾਡੇ ਤੋਂ ਇਕਾਈ ਰਹਿ ਗਈ। ਇਹ ਜਿਹੜਾ ਕਾਨੂੰਨ ਹੈ ਅਸਲ ਵਿੱਚ ਜਦੋਂ ਆਜ਼ਾਦੀ ਦੀ ਲਹਿਰ ਸੀ ਤਾਂ ਜਿਹੜੇ ਵਤਨ ਪ੍ਰਸਤ ਸੀ, ਆਜ਼ਾਦੀ ਘੁਲਾਟੀਏ ਸਨ, ਆਜ਼ਾਦੀ ਲੈਣ ਵਾਸਤੇ ਲੜ ਰਹੇ ਸਨ ਅੰਗਰੇਜ਼ ਸਾਮਰਾਜ ਨਾਲ, ਸਿਰਫ ਉਹਨਾਂ ਨੂੰ ਦਬਾਉਣ ਵਾਸਤੇ ਇਹਦਾ ਮਤਲਬ ਦੁਰਉਪਯੋਗ ਕੀਤਾ ਗਿਆ। ਔਰ ਤੁਹਾਨੂੰ ਪਤਾ ਹੈ ਕਿ ਸੁਪਰੀਮ ਕੋਰਟ ਨੇ ਵੀ ਟਿੱਪਣੀ ਕੀਤੀ ਹੈ ਕਿ ਉਹੀ ਕਾਨੂੰਨ ਹੈ ਜਿਹੜਾ ਕਿ ਮਹਾਤਮਾ ਗਾਂਧੀ ਦੀ ਜਿਹੜੀ ਉਹ ਆਜ਼ਾਦੀ ਦੀ ਲਹਿਰ ਸੀਗੀ ਉਸ ਨੂੰ ਦਬਾਉਣ ਵਾਸਤੇ ਵੀ ਵਰਤਿਆ ਗਿਆ। ਤੋ ਇਹ ਸੀ ਤਾਂ ਜਿਹੜਾ ਵੀ ਕੋਈ ਅੰਗਰੇਜ਼ ਦੇ ਸਾਮਰਾਜ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਸੀ ਉਸ ਦੀ ਆਵਾਜ਼ ਦਬਾਉਣ ਦਾ ਇੱਕ ਕਾਰਾਗਰ ਉਹਨਾਂ ਕੋਲੇ ਹਥਿਆਰ ਸੀ। ਲੇਕਿਨ ਤੁਸੀਂ ਦੇਖੋ, ਸਾਨੂੰ ਆਜ਼ਾਦੀ ਮਿਲੀ 1870 'ਚ ਕਾਨੂੰਨ ਬਣਦਾ ਹੈ, ਅੱਜ 2022 ਹੈ ਤੇ ਅਸੀਂ ਉਸ ਕਾਨੂੰਨ ਨੂੰ ਐਜ਼ ਇਟ ਇਜ਼ ਲਈ ਜਾਂਦੇ ਹਾਂ। ਜਦ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਟਿੱਪਣੀ ਕੀਤੀ ਹੈ ਕਿ ਮਨੁੱਖੀ ਹਕੂਕ ਦੀ ਰਖਵਾਲੀ ਵਾਸਤੇ ਅਸੀਂ ਵਚਨਬੱਧ ਹਾਂ ਔਰ ਕਿਸੇ ਦੇ ਨਾਲ ਇਸ ਤਰ੍ਹਾਂ ਦੀ ਕੋਈ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਕਿ ਕਿਸੇ ਨੂੰ ਤੁਸੀਂ ਐਵੇਂ ਫੜ ਕੇ ਅੰਦਰ ਕਰ ਦਿਓ। ਇਹ ਗੱਲ ਉਹਨਾਂ ਨੇ ਕਹੀ ਆ ਔਰ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਵੀ ਇਹ ਜਿਹੜੀ ਪ੍ਰਧਾਨ ਮੰਤਰੀ ਹੋਰਾਂ ਦੀ ਕਹੀ ਹੋਈ ਗੱਲ ਹੈ, ਉਹਨਾਂ ਦਾ ਬਿਆਨ ਹੈ, ਉਸ ਨੂੰ ਸੁਪਰੀਮ ਕੋਰਟ ਦੇ ਸਨਮੁਖ ਉਹਨਾਂ ਨੇ ਦੱਸਿਆ। ਤਾਂ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ ਕਿਉਂ ਨਾ, ਮਤਲਬ ਜਦੋਂ ਉਹਨੇ ਸੁਪਰੀਮ ਕੋਰਟ ਨੇ ਸਵਾਲ ਕੀਤਾ ਕਿ ਕਿਉਂ ਨਾ ਇਸ ਕਾਨੂੰਨ ਦੇ ਸੰਬੰਧ ਵਿੱਚ ਕੋਈ ਕਾਰਾਗਰ ਕਦਮ ਉਠਾਇਆ ਜਾਵੇ, ਯਾਨੀ ਇਸ ਬਦਲਾਅ ਕੀਤਾ ਜਾਵੇ ਕਿ ਉਹੀ ਕਾਨੂੰਨ ਤੁਰਿਆ ਆਉਂਦਾ, ਤਾਂ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਜਦੋਂ ਉਹਨਾਂ ਨੇ ਕਿਹਾ ਕਿ ਇਹ ਕਾਨੂੰਨ 'ਚ ਮਤਲਬ ਇਹ ਕਾਨੂੰਨ ਹੈ ਜਿਹੜਾ ਇਹਦਾ ਬੜਾ ਜੋ ਸਾਨੂੰ ਮਤਲਬ ਪਤਾ ਲੱਗਿਆ ਹੈ, ਜੋ ਪਟੀਸ਼ਨਰਜ਼ ਨੇ ਜਿਨ੍ਹਾਂ ਨੇ ਇਹਦੇ ਖਿਲਾਫ ਪਟੀਸ਼ਨਾਂ ਪਾਈਆਂ ਨੇ, ਇਹਦਾ ਦੁਰਉਪਯੋਗ ਹੁੰਦਾ ਔਰ ਜਦੋਂ ਕੋਈ ਪਾਰਟੀ ਵਿਸ਼ੇਸ਼ ਸੱਤਾ ਚਾਹੁੰਦੀ ਹੈ ਤਾਂ ਉਹ ਇਸ ਦਾ ਦੁਰਉਪਯੋਗ ਕਰਕੇ ਆਪਣੇ ਵਿਰੋਧੀਆਂ ਨੂੰ ਦਬਾਉਣ ਵਾਸਤੇ ਉਹਨਾਂ ਦੇ ਦੇਸ਼ ਧਰੋਹ ਦੀ ਇਹ ਧਾਰਾ 124 ਲਾ ਦਿੰਦੀ ਹੈ ਤੇ ਚੱਕ ਕੇ ਅੰਦਰ ਛੱਡ ਦਿੰਦੀ ਹੈ। ਔਰ ਇਹਦੇ ਵਿੱਚ ਮਤਲਬ ਇਸ ਤਰ੍ਹਾਂ ਇਹ ਹੈ ਕਿ ਛੇਤੀ ਕਿਤੇ ਜ਼ਮਾਨਤ ਨਹੀਂ ਹੁੰਦੀ, ਬੰਦਾ ਜੇਲ੍ਹਾਂ 'ਚ ਸੜਦਾ ਰਹਿੰਦਾ। ਤਾਂ ਉਹਦੇ ਜਵਾਬ ਦੇ ਵਿੱਚ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸਰਕਾਰ ਜਿਹੜੀ ਹੈ ਉਹ ਕਿਸੇ ਯੋਗ ਮੰਚ ਤੇ ਇਸ ਗੱਲ ਨੂੰ ਵਿਚਾਰੇਗੀ, ਠੀਕ, ਤਾਂ ਕਿ ਇਹਦੇ ਵਿੱਚ ਕੋਈ ਨਾ ਕੋਈ ਜਿਹੜੀ ਤਰਮੀਮ ਕੀਤੀ ਜਾ ਸਕੇ ਜਾਂ ਇਸ ਨੂੰ ਸੰਪੂਰਨਤਾ ਬਦਲਿਆ ਜਾ ਸਕੇ। ਉਹਦੇ ਵਿੱਚ ਫਿਰ ਸੁਪਰੀਮ ਕੋਰਟ ਦੀ ਜਿਹੜੀ ਟਿੱਪਣੀ ਹੈ ਬੜੀ ਸਖਤ ਹੈ। ਉਹ ਕਹਿੰਦੇ ਵੀ ਫਿਰ ਕਿਉਂ ਨਾ 19 ਦੇਰ ਤੱਕ ਇਹਨੂੰ ਰੋਕ ਲਿਆ ਜਾਵੇ, ਯਾਨੀ ਕਿਸੇ ਵੀ ਵਿਅਕਤੀ ਨੂੰ ਇਸ ਕਾਨੂੰਨ ਦੇ ਤਹਿਤ ਫੜਿਆ ਨਾ ਜਾਵੇ ਔਰ ਕਿਸੇ ਦੇ ਵੀ ਇਹ ਧਾਰਾ 124 ਲਾਈ ਨਾ ਜਾਵੇ 19 ਦੇਰ ਤੱਕ, ਜਿੰਨੀ ਦੇਰ ਤੱਕ ਕੋਈ ਨਵਾਂ ਰੂਪ ਨਹੀਂ ਬਣ ਕੇ। ਫਿਰ ਉਹਨਾਂ ਨੇ ਕਿਹਾ ਕਿ ਪੈਂਡਿੰਗ ਸਾਨੂੰ ਦੱਸੋ ਕਿੰਨੇ ਇਸ ਤਰ੍ਹਾਂ ਦੇ ਕੇਸ ਨੇ। ਸੁਪਰੀਮ ਕੋਰਟ ਦਾ ਰੁਖ ਹੈ ਜਿਹੜਾ ਬੜਾ ਸਖਤ ਹੈ, ਕਿਉਂਕਿ ਸੁਪਰੀਮ ਕੋਰਟ ਨੇ ਵਾਜ਼ੇ ਕਰਤਾ ਹੈ ਉਹਨਾਂ ਨੂੰ। ਸੁਪਰੀਮ ਕੋਰਟ ਦੀ ਜੋ ਮਤਲਬ ਜਿਹੜੇ ਬਹੁਤ ਕਾਨੂੰਨੀ ਮਾਹਿਰ ਨੇ ਉਹ ਕਹਿੰਦੇ ਨੇ ਕਿ ਸੁਪਰੀਮ ਕੋਰਟ ਇਸ ਗੱਲ ਨੂੰ ਲੈ ਕੇ ਖਫਾ ਹੈ
ਕਿ ਇਹ ਕਾਨੂੰਨ ਬਦਲਿਆ ਕਿਉਂ ਨਹੀਂ ਜਾ ਰਿਹਾ ਜੀ। ਔਰ ਇਸ ਕਾਨੂੰਨ ਦਾ ਜਿਹੜਾ ਵਿਆਪਕ ਤੌਰ ਤੇ ਦੁਰਉਪਯੋਗ ਹੁੰਦਾ ਸਮੇਂ-ਸਮੇਂ ਸਿਰ ਉਸ ਨੂੰ ਰੋਕਿਆ ਜਾਣਾ ਚਾਹੀਦਾ, ਕਿਉਂਕਿ ਅਸਿੱਧੇ ਤੌਰ ਤੇ ਸੁਪਰੀਮ ਕੋਰਟ ਦਾ ਇਹ ਨਜ਼ਰੀਆ ਹੈ ਕਿ ਇਹ ਮਨੁੱਖੀ ਹਕੂਕ ਦੀ ਖਿਲਾਫ ਵਰਜ਼ੀ ਹੈ। ਜੀ ਜੀ ਕਿਸੇ ਨੂੰ ਇਸ ਕਾਨੂੰਨ ਦੇ ਤਹਿਤ ਬਿਨਾਂ ਮਤਲਬ ਤੁਸੀਂ ਕੋਈ ਸੋਚੇ ਸਮਝੇ ਤਾਂ ਸਿਰਫ ਸਿਆਸੀ ਕਿੜ ਕੱਢਣ ਵਾਸਤੇ ਜਾਂ ਬਦਲਾਖੋਰੀ ਦੇ ਤਹਿਤ ਜੀ। ਕਿਸੇ ਨੂੰ ਚੱਕ ਕੇ ਤੁਸੀਂ ਅੰਦਰ ਕਰ ਦਿਓ, ਫਿਰ ਦੇਸ਼ ਧਰੋਹ ਦਾ ਔਰ ਉਹਦੇ ਬਹੁਤ ਸਾਰੇ ਇਦਾਂ ਦੇ ਕੇਸਿਸ ਹੋਏ ਵੀ ਨੇ ਜਿਹਦੇ ਵਿੱਚ ਇੱਕ ਬਦਲਾਖੋਰੀ ਦੇ ਕਾਰਨ ਹੀ ਹਰ ਕਿਸੇ ਨੂੰ ਕਿਸੇ ਨਾ ਕਿਸੇ ਨੂੰ ਚੁੱਕ ਕੇ ਜਿਹੜਾ ਅੰਦਰ ਕਰ ਦਿੱਤਾ ਗਿਆ। ਤੇ ਕਾਫੀ ਹੱਦ ਤੱਕ ਸਰ ਗੱਲ ਠੀਕ ਵੀ ਲੱਗਦੀ ਹੈ। ਬਹੁਤ ਸਮੇਂ ਪੁਰਾਣੇ ਜਿਹੜੇ ਕਾਨੂੰਨ ਬਣੇ ਹੁੰਦੇ ਨੇ, ਕਿਉਂਕਿ ਹੁਣ ਸਮਾਂ ਕਾਫੀ ਬਦਲ ਗਿਆ ਹੈ, ਤੇ ਉਸੇ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਵੀ ਜਿਹੜੀ ਬਦਲਾਵ ਹੈ ਸਮੇਂ ਦੇ ਅਨੁਸਾਰ ਹੋਣਾ ਵੀ ਚਾਹੀਦਾ ਹੈ। ਨਹੀਂ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਹੈ ਔਰ ਉਹਨਾਂ ਨੇ ਮਤਲਬ ਬੜੇ ਦ੍ਰਿੜਤਾ ਨਾਲ ਇਹ ਗੱਲ ਕਹੀ ਹੈ ਕਿ 1500 ਦੇ ਲਗਭਗ ਕਲੋਨੀਅਲ ਰਾਜ ਦੇ ਕਾਨੂੰਨ ਨੇ ਜਿਹੜੇ ਬਸਤੀਵਾਦੀ ਦੇ, ਉਹ ਅਸੀਂ ਬਦਲੇ ਨੇ, ਕਿਉਂਕਿ ਸਾਨੂੰ ਲੱਗਦਾ ਕਿ ਉਹ ਹੁਣ ਸਮਾਂ ਨਹੀਂ ਰਿਹਾ ਔਰ ਉਹ ਵਕਤ ਵਿਹਾ ਗਏ ਨੇ। ਤਾਂ ਇਸ ਕਰਕੇ ਮਤਲਬ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇੰਨੀ ਸੰਜੀਦਗੀ ਨਾਲ ਇਹ ਬਿਆਨ ਦੇਣਾ ਮਾਨੇ ਰੱਖਦਾ ਹੈ। ਤਾਂ ਹੁਣ ਉਸ ਦੀ ਰੌਸ਼ਨੀ ਵਿੱਚ ਸੁਪਰੀਮ ਕੋਰਟ ਜਿਹੜੀ ਚਾਹੁੰਦੀ ਹੈ ਵੀ ਫੌਰੀ ਤੌਰ ਤੇ ਇਸ ਤੇ ਅਮਲ ਹੋਣਾ ਚਾਹੀਦਾ, ਇਹਨੂੰ ਰੱਦ ਕੀਤਾ ਜਾਣਾ ਚਾਹੀਦਾ, ਜਾਂ ਇਹਦੇ 'ਚ ਐਸੀ ਤਰਮੀਮ ਹੋਣੀ ਚਾਹੀਦੀ ਹੈ ਜਾਂ ਕੋਈ ਇਸ ਤਰ੍ਹਾਂ ਦੇ ਪ੍ਰਾਵਧਾਨ ਨਵੇਂ ਹੋਣੇ ਚਾਹੀਦੇ ਨੇ ਕਿ ਜਿਸ ਵਿਅਕਤੀ ਉੱਤੇ ਕੋਈ ਇਸ ਤਰ੍ਹਾਂ ਦਾ ਮਤਲਬ ਧਾਰਾ ਲਾਈ ਜਾਵੇ ਜਾਂ ਇਸ ਨੂੰ ਪੇਤਲਾ ਕਰਕੇ ਕੋਈ ਹੋਰ ਕਾਨੂੰਨ ਬਣਾਇਆ ਜਾਵੇ ਤਾਂ ਉਹਦੀ ਪਹਿਲਾਂ ਪੂਰੀ ਤਹਿਕੀਕਾਤ ਹੋਵੇ ਔਰ ਕੋਈ ਅਧਿਕਾਰੀ ਐਸਾ ਨਿਯੁਕਤ ਕੀਤਾ ਜਾਵੇ ਜਿਹੜੀ ਪੂਰੀ ਤਹਿਕੀਕਾਤ ਕਰੇ। ਫਿਰ ਉਸ ਬੰਦੇ ਦੀ ਬੈਕਗ੍ਰਾਉਂਡ ਕੀ ਹੈ, ਕਿ ਉਹ ਪਹਿਲਾਂ ਕਿਤੇ ਮੁਜਰਮ ਰਿਹਾ ਜਾਂ ਨਹੀਂ ਰਿਹਾ, ਜਾਂ ਉਹਨੇ ਦੇਸ਼ ਦੇ ਹੱਕ ਦੇ ਵਿੱਚ ਕੋਈ ਕੰਮ ਕੀਤਾ ਹੈ ਜਾਂ ਉਹ ਹਮੇਸ਼ਾ ਦੇਸ਼ ਦੇ ਵਿਰੁੱਧ ਭੁਗਤਿਆ। ਹੁਣ ਤੁਸੀਂ ਦੇਖੋ ਨਾ ਵੀ ਇੱਕ ਪਰਿਵਾਰ ਹੈ, ਮੰਨ ਲਓ ਕਿ ਉਹਦਾ ਆਜ਼ਾਦੀ ਦੇ ਸੰਘਰਸ਼ 'ਚ ਬੜਾ ਯੋਗਦਾਨ ਹੈ ਔਰ ਸਾਰੇ ਪਰਿਵਾਰ ਜਿਹੜਾ ਹੈ ਮਤਲਬ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਉਹ ਦੇਸ਼ ਦੇ ਨਾਲ ਜੁੜਿਆ ਹੋਇਆ ਹੈ, ਵਤਨ ਪ੍ਰਸਤ ਹੈ ਔਰ ਉਹਨਾਂ ਦੀ ਇੰਟੈਗ੍ਰਿਟੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹਨਾਂ ਦਾ ਬੱਚਾ ਕੋਈ ਮਤਲਬ ਵਿਦਿਆਰਥੀ ਮੂਵਮੈਂਟ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ ਤੇ ਸ਼ਾਮਿਲ ਹੋ ਕੇ ਉਹ ਮਤਲਬ ਸਰਕਾਰ ਦੇ ਉਸ ਫੈਸਲੇ ਦੇ ਖਿਲਾਫ ਕਰਦਾ ਹੈ, ਮਤਲਬ ਕੋਈ ਵਿਰੋਧ ਜਿਹੜਾ ਕਿ ਜਮਹੂਰੀ ਨਹੀਂ, ਗੈਰ ਸੰਵਿਧਾਨਿਕ ਹੈ, ਤਾਂ ਉਹਨੂੰ ਫੜ ਕੇ ਅੰਦਰ ਕੀਤਾ ਜਾਂਦਾ ਔਰ ਉਹ ਤੇ ਦੇਸ਼ ਧਰੋਹ ਕਾਨੂੰਨ ਦੀ ਇਹ ਧਾਰਾ 124 ਲਾ ਦਿੱਤੀ ਜਾਂਦੀ ਹੈ। ਹੁਣ ਉਹ ਫਿਰ ਘਰ ਵਾਲੇ ਕਹਿਣਗੇ ਵੀ ਸਾਰੀ ਜ਼ਿੰਦਗੀ ਅਸੀਂ ਮਤਲਬ ਇਸ ਦੇਸ਼ ਦੀ ਆਜ਼ਾਦੀ ਦੇ ਸੰਗਰਾਮ 'ਚ ਹਿੱਸਾ ਪਾਉਂਦਿਆਂ ਗੁਜ਼ਾਰੀ, ਸਾਡੇ ਪੁਰਖੇ ਜਾਤੋਂ, ਤੇ ਸਾਡੇ ਬੱਚੇ ਨੂੰ ਇੱਕ ਛੋਟਾ ਜਿਹਾ ਮਤਲਬ ਕਹਿ ਲਓ ਕਿ ਵੀ ਉਹਦੇ ਤੋਂ ਇਹ ਕਿ ਵਿਰੋਧ ਉਹਨੇ ਕੀਤਾ ਸਰਕਾਰੀ ਫੈਸਲੇ ਦਾ ਜਿਹਨੂੰ ਉਹ ਗੈਰ ਸੰਵਿਧਾਨਿਕ ਸਮਝਦਾ ਹੈ, ਤਾਂ ਤੁਸੀਂ ਫੜ ਕੇ ਅੰਦਰ ਕਰਤਾ, ਦੇਸ਼ ਧਰੋਹ ਦਾ ਕਾਨੂੰਨ ਦਿੱਤਾ। ਤਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੇ ਸ਼ੀਤਲ, ਤੁਸੀਂ ਹੋਰ ਵੀ ਵੇਖਿਆ ਕਿ ਦਾਜ ਦਾ ਕਾਨੂੰਨ ਹੈ ਜਿਹੜਾ ਤੁਸੀਂ ਦੇਖਿਆ ਨਾ, ਉਹਦੇ 'ਚ ਵੀ ਅਮੈਂਡਮੈਂਟ ਹੋਈ ਹੈ। ਅੱਗੇ ਕੀ ਕਰਦੀਆਂ ਸੀਗੀਆਂ, ਮਤਲਬ ਲੜਕੀਆਂ ਇਹ ਕਹਿੰਦੀਆਂ ਸੀ ਕਿ ਜੀ ਮਤਲਬ ਮੈਨੂੰ ਦਾਜ ਲੈਣ ਵਾਸਤੇ ਕੁੱਟਿਆ। ਬਹੁਤ ਸਾਰੇ ਮਸਲੇ ਐਸੇ ਨੇ ਜਿਹੜੇ ਸੰਜੀਦਾ ਨੇ ਔਰ ਹੁੰਦੀਆਂ ਨੇ, ਦਾਜ ਦੇ ਨੂੰ ਲੈ ਕੇ ਹੱਤਿਆਵਾਂ ਵੀ ਹੁੰਦੀਆਂ ਨੇ, ਜ਼ਿੰਦਾ ਵੀ ਜਲਾ ਦਿੱਤਾ ਜਾਂਦਾ। ਔਰ ਤੁਸੀਂ ਦੇਖਿਆ ਹੋਣਾ ਕਿ ਇੱਕ SP ਰੈਂਕ ਦਾ ਪੰਜਾਬ ਪੁਲਿਸ ਦਾ ਅਧਿਕਾਰੀ, ਉਹ ਹੁਣ ਫਰਾਰ ਹੈ। ਉਹਦੇ ਤੇ ਇਹ ਹੈ ਕਿ 3 ਲੱਖ ਰੁਪਇਆ ਉਹਨੇ ਰਿਸ਼ਵਤ ਇਸ ਕਰਕੇ ਲਈ ਕਿ ਜਿਨ੍ਹਾਂ ਨੇ ਆਪਣੀ ਨੂੰਹ ਨੂੰ ਸਾੜਿਆ ਸੀ, ਉਹ ਜਿਹੜੇ ਮੁਲਜ਼ਮ ਸਨ, ਉਹਨਾਂ ਨੂੰ ਬਰੀ ਕਰਨ ਵਾਸਤੇ ਉਹਨੇ 3 ਲੱਖ ਰੁਪਏ ਦੀ ਰਿਸ਼ਵਤ ਆਪਣੇ ਰੀਡਰ ਦੇ ਜ਼ਰੀਏ ਲੈ ਲਈ। ਪਰ ਉਹ ਜਦੋਂ ਭੇਤ ਖੁੱਲਿਆ, ਉਹ ਜਦੋਂ ਮੁਤਾਸਰਾ ਜਿਹੜਾ ਪਰਿਵਾਰ ਸੀ ਉਹਨੇ ਸ਼ਿਕਾਇਤ ਕੀਤੀ ਤਾਂ ਉਹ ਸਾਰਾ ਕੁਝ ਸਾਹਮਣੇ ਆ ਗਿਆ। ਜਦੋਂ ਉਹਦੀ ਤਹਿਕੀਕਾਤ ਹੋਈ ਤਾਂ ਹੁਣ ਬੰਦਾ ਫਰਾਰ ਹੈ। ਹੁਣ ਗੱਲ ਇਹ ਹੈ ਕਿ ਦੇਖੋ ਕਿ ਇਹ ਤਾਂ ਜੈਨੂਨ ਮਸਲਾ ਹੈ। ਬਹੁਤ ਵਾਰੀ ਇਹ ਹੁੰਦਾ ਕਿ ਲੜਕੀ ਆ ਕੇ ਕਹਿ ਦਿੰਦੀ ਆ ਕਿ ਮੈਨੂੰ ਉਹਨਾਂ ਨੇ ਕੁੱਟਿਆ, ਤੇ ਸਾਰੇ ਟੱਬਰ ਨੂੰ ਅੱਗੇ ਫੜ ਕੇ ਬੰਦ ਕਰ ਦਿੰਦੇ ਸੀ, ਪੁੱਛਦੇ ਹੀ ਨਹੀਂ ਸੀਗੇ, ਅਰੈਸਟ ਹੁੰਦੀ ਸੀ। ਹੁਣ ਅਰੈਸਟ ਫੌਰਨ ਹੀ ਨਹੀਂ ਹੁੰਦੀ। ਹੁਣ ਪਹਿਲਾਂ ਉਹਦੀ ਇਨਕੁਆਇਰੀ ਹੋਏਗੀ, ਪਹਿਲਾਂ ਸੱਚ ਤੇ ਸੱਚ ਜਾਂ ਝੂਠ ਦਾ ਝੂਠ ਮਤਲਬ ਨਿਕਲਿਆ ਜਾਊਗਾ, ਕੱਢਿਆ ਜਾਊਗਾ। ਸੋ ਇਸ ਤਰ੍ਹਾਂ ਦੇ ਕਾਨੂੰਨ ਨੇ, ਉਹਨਾਂ 'ਚ ਬਦਲਾਅ ਜ਼ਰੂਰੀ ਹੈ ਜੀ। ਸਮੇਂ ਦੀ ਮੰਗ ਵੀ ਇਹੀ ਹੈ ਕਿ ਹੁਣ ਜਿਹੜਾ ਸਮਾਂ ਜਿਹੋ ਜਿਹਾ ਚੱਲਦਾ ਪਿਆ ਹੈ, ਕਾਨੂੰਨਾਂ ਦੇ ਵਿੱਚ ਵੀ ਉਹਦੇ ਨਾਲ ਮਿਲਦਾ ਜੁਲਦਾ ਜਿਹੜਾ ਬਦਲਾਅ ਹੋਣਾ ਵੀ ਚਾਹੀਦਾ ਹੈ। ਇਹਦੇ ਨਾਲ ਹੀ ਅਗਲੇ ਮੁੱਦੇ ਵੱਲ ਵਧਦੇ ਹਾਂ ਸਰ। ਸਿੱਖ ਫॉर ਜਸਟਿਸ ਸਮੂਹ ਦੇ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਇੱਕ ਆਡੀਓ ਮੈਸੇਜ ਦੇ ਦੁਆਰਾ ਧਮਕੀ ਦਿੱਤੀ ਗਈ ਹੈ ਕਿ ਜੀ ਅਸੀਂ ਖਾਲਿਸਤਾਨੀ ਝੰਡਾ ਜਿਹੜਾ ਹੈ ਧਰਮਸ਼ਾਲਾ ਦੇ ਵਿੱਚ ਲਹਿਰਾਉਣਾ, ਤੇ ਜੇਕਰ ਮੁੱਖ ਮੰਤਰੀ ਦੇ ਵੱਲੋਂ ਉਹਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਨੂੰ ਮੋਹਾਲੀ ਦਾ ਜਿਹੜਾ ਘਟਨਾਕ੍ਰਮ ਹੈ ਉਹ ਦੁਆਰਾ ਹਿਮਾਚਲ ਦੇ ਵਿੱਚ ਵੇਖਣ ਨੂੰ ਮਿਲੇਗਾ। ਉਹਨਾਂ ਨੇ ਕਿਹਾ ਕਿ ਮੋਹਾਲੀ ਦੇ ਘਟਨਾਕ੍ਰਮ ਤੋਂ ਤੁਹਾਨੂੰ ਸਬਕ ਲੈਣਾ ਚਾਹੀਦਾ। ਤੁਸੀਂ ਦੇਖੋ ਕਿ ਇਹ ਅਚਾਨਕ ਇਹੋ ਜਿਹੀਆਂ ਧਮਕੀਆਂ ਆਉਣ ਲੱਗ ਗਈਆਂ, ਅਚਾਨਕ ਬਲਾਸਟ ਹੋਣੇ ਸ਼ੁਰੂ ਹੋ ਗਏ ਨੇ। ਇਹ ਕੀ ਹੋ ਕੀ ਰਿਹਾ ਇਸ ਵੇਲੇ? ਸ਼ੀਤਲ, ਜਿਹੜਾ ਬੰਦਾ ਹੈ ਨਾ ਸਿੱਖ ਫॉर ਜਸਟਿਸ ਦਾ, ਆਪਣੇ ਆਪ ਨੂੰ ਸਭ ਤੋਂ ਵੱਡਾ ਉਹ ਸਮਝਦਾ ਕਿ ਵੀ ਮੈਂ ਇਹਦਾ ਆਗੂ ਹਾਂ, ਗੁਰਪਤਵੰਤ ਸਿੰਘ ਪੰਨੂ। ਤੁਸੀਂ ਇਹਦੀ ਸ਼ਕਲ ਵੇਖੀ ਹੈ ਕਦੇ? ਨਹੀਂ ਵੇਖੀ ਨਾ। ਇਹ ਸਿੱਖ ਨਹੀਂਗਾ। ਸਿੱਖ ਦਾ ਤਾਂ ਇਹ ਸਿਰਫ ਢੋਂਗ ਰਚਦਾ ਹੈ ਔਰ ਇਹਦਾ ਕੰਮ ਪਤਾ ਕੀ ਹੈ? ਇਹਦਾ ਕੰਮ ਇਹ ਹੈ ਕਿ ਆਪਣੀਆਂ ਪੁਸ਼ਤਾਂ ਦੀਆਂ ਰੋਟੀਆਂ ਬਣਾਉਣੀਆਂ ਖਾਲਿਸਤਾਨ ਦੇ ਨਾਮ ਤੇ। ਇਸ ਬੰਦੇ ਨੂੰ
ਜੇ ਇਹ ਸਵਾਲ ਕੀਤਾ ਜਾਵੇ ਕਿ ਜਿਸ ਖਾਲਿਸਤਾਨ ਦੀ ਤੂੰ ਗੱਲ ਕਰਦਾ ਹੈ ਉਸ ਖਾਲਿਸਤਾਨ ਦੇ ਨਾਮ ਤੇ ਤਾਂ ਪੰਜਾਬ 'ਚ ਕੋਈ ਕਿਸੇ ਨੂੰ ਵੋਟ ਨਹੀਂ ਪਾਉਂਦਾ ਜੀ। 20 ਸਾਲ ਜਿਨ੍ਹਾਂ ਘਰਾਂ ਦੇ ਵਿੱਚ ਸੰਤਾਪ ਦੇ ਦਿਨਾਂ 'ਚ ਮਤਲਬ ਉਸ ਤੋਂ ਬਾਅਦ ਜਾਨਣੀ ਚੜ੍ਹੀ ਤੇ ਤੁਸੀਂ ਸੋਚ ਸਕਦੇ ਹੋ ਕਿ ਇਸ ਪੰਜਾਬ ਨੇ ਆਪਣੇ ਪਿੰਡੇ ਤੇ ਕਿੰਨੇ ਜ਼ਖਮ ਕਿੰਨੇ ਨਸੂਰ ਹੰਡਾਏ ਨੇ ਜੀ। ਇਹ ਜਿਹੜੇ ਬੰਦੇ ਨੇ ਖਾਲਿਸਤਾਨ ਦੀ ਗੱਲ ਕਰਦੇ ਆ ਅਸਲ ਵਿੱਚ ਇਹ ਦੇਸ਼ ਦੁਸ਼ਮਣ ਨੇ ਔਰ ਇਹਨਾਂ ਦੇ ਖਿਲਾਫ ਕੋਈ ਮਤਲਬ ਅੰਤਰਰਾਸ਼ਟਰੀ ਪੱਧਰ ਤੇ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹਨਾਂ ਨੂੰ ਧੂ ਕੇ ਇੱਥੇ ਲਿਆਉਣਾ ਚਾਹੀਦਾ ਪਹਿਲਾਂ ਤਾਂ। ਬਿਲਕੁਲ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਬਹੁਤ ਸਾਰੇ ਐਸੇ ਸਿਰਫਰੇ ਲੋਕ ਨੇ ਜਿਹੜੇ ਕਿ ਮਤਲਬ ਇਹ ਨਹੀਂ ਸਮਝਦੇ ਕਿ ਵੀ ਜਿਹੜੀ ਗੱਲ ਉਠਾਈ ਜਾ ਰਹੀ ਹੈ ਖਾਲਿਸਤਾਨ ਦੀ ਇਹਦੀ ਬੈਕਗ੍ਰਾਉਂਡ ਕੀ ਹੈ। ਠੀਕ। ਖਾਲਿਸਤਾਨ ਇਹਨੂੰ ਜੇ ਪੁੱਛੀਏ ਵੀ ਬਣੇਗਾ ਕਿੱਥੇ, ਕਿੱਥੇ ਬਣੂਗਾ ਖਾਲਿਸਤਾਨ, ਕੀ ਨਕਸ਼ਾ ਇਹਨਾਂ ਦੇ ਕੋਲ, ਕੀ ਨਕਸ਼ਾ ਹੈ, ਕੀ ਖਾਲਿਸਤਾਨ ਡੇਰਾ ਬਾਬਾ ਨਾਨਕ ਤੋਂ ਸ਼ੰਭੂ ਬਾਰਡਰ ਤੱਕ ਬਣੇਗਾ, ਇਹੀ ਹੈ ਨਾ ਜੀ। ਤੇ ਉਦੋਂ ਅੱਗੇ ਕਿਵੇਂ ਬਣੇਗਾ ਜੀ। ਤੁਹਾਡੇ ਕੋਲੇ ਪੰਜਾਬ 'ਚ ਕੋਈ ਬੰਦਰਗਾਹ ਨਹੀਂ ਜੀ, ਦੋ ਤੁਹਾਡੇ ਕੋਲੇ ਫਸਲਾਂ ਹੁੰਦੀਆਂ ਝੋਨਾ ਤੇ ਕਣਕ, ਬਾਰਡਰ ਤੇ ਲੈ ਕੇ ਬਹਿ ਜਾ ਕਰੋਗੇ ਬੋਰੀਆਂ ਲੈ ਲਓ ਜੀ ਤੇ ਸਾਨੂੰ ਚੌਲ ਦੇ ਦਿਓ ਜਾਂ ਸਾਡੇ ਤੋਂ ਚੌਲ ਲੈ ਲਓ, ਸਾਨੂੰ ਆਲੂ ਦੇ ਦਿਓ, ਭਿੰਡੀ ਦੇ ਦਿਓ, ਸਾਨੂੰ ਗੋਭੀ ਦੇ ਦਿਓ, ਮਤਲਬ ਤੁਸੀਂ ਐਂ ਕਰਿਆ ਕਰੋਗੇ ਉੱਥੇ। ਤੁਹਾਡੇ ਕੋਲੇ ਕੋਈ ਖਨਨ ਨਹੀਂ, ਤੁਹਾਡੇ ਕੋਲੇ ਕੋਈ ਖਣਿਜ ਪਦਾਰਥ ਨਹੀਂ। ਠੀਕ। 3 ਲੱਖ ਕਰੋੜ ਦਾ ਕਰਜ਼ਾ ਤਾਂ ਤੁਸੀਂ ਐਸ ਪੰਜਾਬ ਤੇ ਚੜਿਆ ਹੋਇਆ। ਹਾਂ ਬਿਲਕੁਲ ਜੀ। ਔਰ ਫਿਰ ਤੁਸੀਂ ਹਿੰਦੁਸਤਾਨ ਦੀ ਫੌਜ ਨਾਲ ਜਿਹੜੀ ਕਿ ਬਹੁਤ ਸਮਰੱਥ ਹੈ ਔਰ ਦੁਨੀਆ ਦੀ ਆਲਾ ਫੌਜ ਦੇ ਵਿੱਚ ਹੈ ਉਹਦੇ ਨਾਲ ਲੜੋਗੇ। ਗੁਰਪਤਵੰਤ ਸਿੰਘ ਪੰਨੂ ਫੌਜ ਬਣਾ ਕੇ ਆਊਗਾ, ਉਹਨਾਂ ਨੇ ਤਾਂ ਧੂਆਂ ਕੱਢ ਦੇਣਾ। ਬਾਕੀ ਜੇ ਖਾਲਿਸਤਾਨ ਬਣਾਉਣਾ ਤਾਂ ਅਮਰੀਕਾ 'ਚ ਬਣਾਉਣਾ ਹੈ ਜਾਂ ਕੈਨੇਡਾ 'ਚ ਬਣਾਉਣਾ, ਤੂੰ ਆ ਇੱਥੇ ਏਅਰਪੋਰਟ ਤੇ ਉਤਰ ਤੇ ਫਿਰ ਲਾ ਖਾਲਿਸਤਾਨ ਦਾ ਨਾਰਾ, ਤੈਨੂੰ ਪਤਾ ਲੱਗੇ ਜਦੋਂ ਤੇਰੇ ਪੁੜੇ ਸੇਕਣ, ਤੂੰ ਲੋਕਾਂ ਦੇ ਜਵਾਕ ਮਰਵਾਉਣ ਦਾ ਲੱਕ ਬੰਨਿਆ ਹੋਇਆ। ਇਹ ਜੇ ਬੰਦੇ ਨੇ ਜਿਹੜੇ ਹਿੰਦੁਸਤਾਨ ਦੇ ਦੁਸ਼ਮਣ ਨੇ ਜੀ, ਉਹ ਇਹ ਨਹੀਂ ਸਮਝਦੇ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਭੁਗਤ ਲਿਆ। ਖਾਲਿਸਤਾਨ ਦਾ ਇੱਥੇ ਕੋਈ ਨਾਂ ਨਹੀਂ ਲੈਣ ਦਿੰਦਾ। ਔਰ ਜਿਹੜੇ ਖਾਲਿਸਤਾਨ ਦਾ ਰੌਲਾ ਪਾਉਣ ਵਾਲੇ ਡੱਡੂ ਨੇ ਨਾ, ਇਹ ਟੋਟਰੂ ਜਿਹੜੇ ਹੈਗੇ ਨੇ, ਇਹ ਸਿਰਫ ਤੇ ਸਿਰਫ ਜਾਂ ਤਾਂ ਮਤਲਬ ਪੈਸੇ ਇਕੱਠੇ ਕਰਨ ਵਾਸਤੇ ਕੰਮ ਕਰਦੇ ਆ। ਇਹਨਾਂ ਦਾ ਕੰਮ ਹੈ ਬਸ ਧਮਕੀਆਂ ਦੇਣਾ, ਅਸੀਂ ਉਹ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਕਈ ਜਿਹੜੇ ਨੌਜਵਾਨ ਨੇ ਜਾਂ ਗੈਂਗਸਟਰ ਨੇ ਉਹ ਬਹਿਕਾਵੇ 'ਚ ਆ ਕੇ ਕਈ ਵਾਰ ਇਹਨਾਂ ਦੇ ਮਗਰ ਲੱਗ ਲੈਂਦੇ ਨੇ। ਕਈ ਲੋਕ ਪੈਸੇ ਦੇ ਲਾਲਚ ਇਹਨਾਂ ਦੇ ਮਗਰ ਲੱਗ ਲੈਂਦੇ ਨੇ। ਲੇਕਿਨ ਹੁਣ ਇਹਨਾਂ ਦੇ ਖਿਲਾਫ ਲੁੱਕ ਆਊਟ ਨੋਟਿਸ, ਰੈੱਡ ਕਾਰਨਰ ਨੋਟਿਸ ਕਹਿੰਦੇ ਜਿਹਨੂੰ, ਜਾਰੀ ਕੀਤਾ ਇੰਟਰਪੋਲ ਨੂੰ। ਸ਼ਾਇਦ ਮਤਲਬ ਜੇ ਇੰਟਰਪੋਲ ਹਰਕਤ ਚਾਹੁੰਦੀ ਹੈ ਤਾਂ ਇਸ ਬੰਦੇ ਨੂੰ ਫੜ ਕੇ ਇੱਥੇ ਲਿਆਉਣਾ ਚਾਹੀਦਾ ਹੈ ਨਾ। ਔਰ ਤੁਸੀਂ ਖੁਦ ਦੇਖੋ ਵੀ ਇਹ ਪੱਗ ਨਹੀਂ ਬੰਨ੍ਹਦਾ ਬੰਦਾ। ਬਿਲਕੁਲ। ਤੇ ਇੱਕ ਸਵਾਲ ਸਰ ਹੁਣ ਇਹ ਵੀ ਉੱਠਦਾ ਹੈ ਕਿ ਪਹਿਲਾਂ ਕਾਫੀ ਸਮਾਂ ਪਹਿਲਾਂ ਆਪਾਂ ਜਿੱਦਾਂ ਕਿ ਆਪਾਂ ਥੋੜਾ ਜਿਹਾ ਪੰਜਾਬ ਦੇ ਇਤਿਹਾਸ 'ਚ ਜਾਂਦੇ ਹਾਂ, ਉਦੋਂ ਖਾਲਿਸਤਾਨ ਦਾ ਰੌਲਾ ਪਿਆ ਸੀ, ਫਿਰ ਠੰਡਾ ਹੋ ਗਿਆ, ਹੁਣ ਇਹ ਫੇਰ ਤੋਂ ਅਚਾਨਕ ਕਿਉਂ? ਦੇਖੋ ਗੱਲ ਇਹ ਹੁੰਦੀ ਹੈ ਕਿ ਬਹੁਤ ਗੱਲਾਂ ਸਾਡੇ ਸਧਾਰਨ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ। ਠੀਕ ਆ। ਜਿਹੜੀ ਸਿਆਸਤ ਹੈ ਨਾ, ਉਹ ਐਸੀ ਖੇਡ ਹੈ ਕਿ ਜਿਹੜੇ ਮਤਲਬ ਕਹਿ ਲਓ ਸ਼ਾਤਰ ਸਿਆਸਤਦਾਨ ਹੁੰਦੇ ਨੇ, ਉਹ ਅਸਲ ਮੁੱਦਿਆਂ ਤੋਂ ਕਈ ਵਾਰੀ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਜੀ, ਆਪਣੀਆਂ ਕਮਜ਼ੋਰੀਆਂ ਖਾਮੀਆਂ ਨੂੰ ਛੁਪਾਉਣ ਵਾਸਤੇ ਇਸ ਤਰ੍ਹਾਂ ਦੇ ਛੜਯੰਤਰ ਰਚਦੇ ਨੇ। ਹੁਣ ਇਹ ਕੌਣ ਹੈ, ਇਹਦੇ ਪਿੱਛੇ ਸੂਤਰਧਾਰ ਕੌਣ ਹੈ? ਅਜੇ ਜੁਮਾ 1.5 ਮਹੀਨਾ ਵੀ ਨਹੀਂ ਹੋਇਆ ਸਰਕਾਰ ਬਣੀ ਨੂੰ, ਤੇ ਪੰਜਾਬ 'ਚ ਐਂ ਹੋ ਗਿਆ ਵੀ ਪਤਾ ਨਹੀਂ ਕਿੱਥੇ ਕਦੋਂ ਬੰਬ ਫਟ ਜੇ। ਠੀਕ। ਹੁਣ ਤੁਸੀਂ ਦੇਖੋ ਇੰਟੈਲੀਜੈਂਸ ਦਫ਼ਤਰ ਦੇ ਉੱਤੇ ਰਾਕਟ ਲਾਂਚਰ ਨਾਲ ਉਹ ਹਮਲਾ ਕੀਤਾ ਗਿਆ ਤੇ RPG ਰਾਕਟ ਪ੍ਰੋਪੈਲਡ ਗ੍ਰਨੇਡ ਕਹਿੰਦੇ ਆ ਉਹਨੂੰ, ਉਹ ਸੁੱਟਿਆ ਗਿਆ। ਠੀਕ ਹੈ। ਔਰ TNT ਆ ਉਹਦੇ ਵਿੱਚ, ਬਹੁਤ ਘਾਤਕ ਇਹ ਜਿਹੜਾ ਹੁੰਦਾ ਵਿਸਫੋਟਕ ਪਦਾਰਥ ਹੁੰਦਾ। ਪਹਿਲਾਂ ਇਹ ਹੋ ਗਿਆ, ਫਿਰ ਮਸ਼ਕੂਕ ਫੜ ਲਏ, ਉਹਨਾਂ ਕੋਲੋਂ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ ਨਾ। ਫਿਰ ਕਿਤੇ ਨਸ਼ਿਆਂ ਦੀ ਖੇਪ ਬਰਾਮਦ ਹੋ ਜਾਂਦੀ ਹੈ, ਕਦੇ ਕੁਝ ਹੋ ਜਾਂਦਾ। ਤਾਂ ਹੁਣ ਪੰਜਾਬ ਦੇ ਵਿੱਚ ਹਾਈ ਅਲਰਟ ਹੈ। ਇਹ ਸਾਰਾ ਕੁਝ ਕਿਉਂ ਹੋ ਰਿਹਾ? ਇਹ ਸਿਰਫ ਇੱਕੋ ਇਹਦਾ ਮਕਸਦ ਹੋ ਸਕਦਾ ਹੈ ਕਿ ਪੰਜਾਬ ਵਿੱਚ ਬਦਅਮਨੀ ਪੈਦਾ ਕੀਤੀ ਜਾਵੇ, ਔਰ ਬਦਅਮਨੀ ਪੈਦਾ ਕਰਕੇ ਤਾਂ ਆਪਣੇ ਜਿਹੜੇ ਸਿਆਸੀ ਮਫਾਦ ਆ ਪੂਰੇ ਕੀਤੇ ਜਾਣ। ਹੁਣ ਆਪਾਂ ਕਿਹਦਾ ਨਾਂ ਲਈਏ, ਕਿਉਂਕਿ ਆਪਣੇ ਕੋਲੇ ਕਿਹੜਾ ਕੋਈ ਇਸ ਤਰ੍ਹਾਂ ਦਾ ਸਬੂਤ ਆਪਾਂ ਨਾਂ ਨਹੀਂ ਲੈ ਸਕਦੇ, ਪਰ ਆਪਾਂ ਇੱਕ ਕਿਆਸ ਕਰ ਸਕਦੇ ਹਾਂ ਕਿ ਅਕਸਰ ਹੀ ਇਹ ਹੁੰਦਾ ਹੈ। ਤੁਸੀਂ ਵੇਖਿਆ ਹੋਣਾ ਕਿ ਜਦੋਂ ਚੋਣਾਂ ਹੁੰਦੀਆਂ ਨੇ ਜਾਂ ਕੋਈ ਵਿਅਕਤੀ ਜਿਹੜਾ ਕਿ ਬਹੁਤ ਸਾਰੇ ਪਹਿਲਾਂ ਵਾਅਦੇ ਕਰ ਚੁੱਕਿਆ ਹੁੰਦਾ, ਜਦੋਂ ਉਹਦੇ ਤੋਂ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਫਿਰ ਉਹ ਇਹੋ ਜਿਹੇ ਢਕੌਂਸਲੇ ਜਿਹੜੇ ਹੁੰਦੇ ਆ ਉਹ ਘੜੇ ਜਾਂਦੇ ਨੇ। ਲੇਕਿਨ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ, ਇੱਥੇ ਕੋਈ ਇਸ ਤਰ੍ਹਾਂ ਦਾ ਅਨਸਰ ਨਹੀਂ ਹੈ ਜਿਹੜਾ ਕੋਈ ਖਾਲਿਸਤਾਨ ਦੇ ਸੰਬੰਧ ਵਿੱਚ ਕੋਈ ਆਪਣੇ ਅੰਦਰ ਕੋਈ ਭਰਮ ਪਾਲ ਕੇ ਬੈਠਾ ਹੋਵੇ। ਜੇ ਖਾਲਿਸਤਾਨ ਦੇ ਸੰਬੰਧ ਵਿੱਚ ਪੰਜਾਬ ਦੇ ਲੋਕ ਕੋਈ ਮਤਲਬ ਹਮਦਰਦੀ ਰੱਖਦੇ ਹੁੰਦੇ ਇਸ ਮੂਵਮੈਂਟ ਦੇ ਸੰਬੰਧ 'ਚ, ਤਾਂ ਸਿਮਰਨਜੀਤ ਸਿੰਘ ਮਾਨ
ਪੰਜਾਬ ਦੇ ਮੁੱਖ ਮੰਤਰੀ ਹੋਣ ਦੇ, ਹੁੰਦੇ ਜੀ ਉਹਨਾਂ ਨੂੰ ਇੱਕ ਵੋਟ ਨਹੀਂ ਪਾਉਂਦੇ। ਲੋਕ ਸਿਆਣੇ ਬਹੁਤ ਹੋ ਗਏ ਨੇ, ਅਗਲੇ ਕਹਿੰਦੇ ਅਸੀਂ ਆਪਣੇ ਪੁੱਤ ਨਹੀਂ ਮਰਵਾਉਣੇ, ਜੀ ਬਿਲਕੁਲ ਤੁਸੀਂ ਤਾਂ, ਤੁਹਾਡਾ ਤਾਂ ਕੰਮ ਹੀ ਇਹ ਹੈ। ਆ ਜਿਹੜੇ ਗੁਰਪਤਵੰਤ ਸਿੰਘ ਪੰਨੂ ਵਰਗੇ ਲੂੰਬੜ ਨੇ ਬਾਹਰ ਬੈਠੇ, ਇਹ ਸਿਰਫ ਤੇ ਸਿਰਫ ਤੁਸੀਂ ਦੇਖਿਆ ਹੋਣਾ ਕਿ ਜਦੋਂ ਇਹਨਾਂ ਨੇ ਇੱਕ ਟਮਟਮਾ ਰਚਿਆ ਸੀਗਾ ਕਿ ਆਹ ਰੈਫਰੈਂਡਮ ਦਾ, ਸਿੱਖ ਰੈਫਰੈਂਡਮ ਦਾ, ਤੇ ਬਰਤਾਨੀਆ 'ਚ ਇਕੱਠ ਕੀਤਾ ਸੀ ਨਾ, ਤੇ ਉੱਥੇ ਇਹਨਾਂ ਤੋਂ 150 ਬੰਦਾ ਇਕੱਠਾ ਨਹੀਂ ਹੋਇਆ ਸੀਗਾ। ਇਹ ਗੱਲਾਂ ਕਰਦੇ ਆ ਕਿ ਦੁਨੀਆ ਦੇ ਜਿਹੜੇ ਸਿੱਖ ਨੇ ਉਹ ਰੈਫਰੈਂਡਮ ਦੇ ਵਿੱਚ ਹਿੱਸਾ ਲੈਣਗੇ। ਕੋਈ ਐਸਾ ਵਿਅਕਤੀ ਨਹੀਂ ਹੈ। ਔਰ ਜਿਹੜੇ ਬਾਹਰ ਬੈਠੇ ਨੇ ਨਾ, ਬਹੁਤ ਸਾਰੇ ਇਹੋ ਜਿਹੇ ਵੀ ਆਨਸਰ ਹੈਗੇ ਵੀ ਉਹਨਾਂ ਨੂੰ ਤੁਸੀਂ ਸਮਝਾ ਹੀ ਨਹੀਂ ਸਕਦੇ, ਸਮਝਾ ਨਹੀਂ ਸਕਦੇ। ਜਿਵੇਂ ਇੱਕ ਗੁਰਦੁਆਰੇ 'ਚ ਮੈਂ ਗਿਆ ਟੋਰਾਂਟੋ, ਤਾਂ ਉੱਥੇ ਇੱਕ ਉਹ ਸੀਗਾ ਸਮਾਗਮ, ਉੱਥੇ ਇੱਕ ਬੰਦੇ ਨੂੰ, ਜੇ ਤੁਸੀਂ ਬਾਹਰੋਂ ਆਏ, ਮੈਂ ਕਿਹਾ ਹਾਂਜੀ, ਤੇ ਉਹ ਮੈਨੂੰ ਹੋਰ ਤਾਂ ਉਹਨੇ ਸਵਾਲ ਨਹੀਂ ਪੁੱਛਿਆ, ਕਹਿੰਦਾ ਖਾਲਿਸਤਾਨ ਬਾਰੇ ਤੁਹਾਡਾ ਕੀ ਵਿਚਾਰ ਆ? ਮੈਂ ਕਿਹਾ ਮੇਰਾ ਤਾਂ ਕੋਈ ਵਿਚਾਰ ਨਹੀਂ। ਕਹਿੰਦਾ ਨਹੀਂ, ਭੁੱਲ ਗਏ। ਮੈਂ ਕਿਹਾ ਕੀ ਭੁੱਲ ਗਏ? ਕਹਿੰਦਾ ਨਹੀਂ, ਯਾਦ ਕਰੋ ਸਾਡੇ ਨਾਲ ਆਹ ਕੁਛ ਹੋਇਆ। ਮੈਂ ਕਿਹਾ ਤੁਸੀਂ ਖਾਲਿਸਤਾਨ ਬਣਾਉਣਾ ਚਾਹੁੰਦੇ ਹੋ? ਕਹਿੰਦਾ ਹਾਂਜੀ। ਮੈਂ ਕਿਹਾ ਫਿਰ ਮੇਰੇ ਨਾਲ ਚੱਲੋ, ਟਿਕਟ ਮੈਂ ਲਾਉਣਾ, ਮੇਰੇ ਕੋਲ ਪੈਸਾ ਕੋਈ ਨਹੀਂਗਾ, ਆਪਣੇ ਬੱਚਿਆਂ ਨੂੰ ਲੈ ਕੇ ਚਲੋ, ਉਧਰ ਜਾ ਕੇ ਮਰਵਾਓ ਤੇ ਫਿਰ ਆਪਾਂ ਗੱਲ ਕਰਾਂਗੇ ਉਦੋਂ ਬਾਅਦ। ਜੀ ਫਿਰ ਨਹੀਂ ਬੋਲਿਆ ਉਹ। ਸੋ ਉੱਥੇ ਨਾ ਕਈ ਐਵੇਂ ਹੀ ਮਤਲਬ ਚਾਂਬਲੇ ਫਿਰਦੇ ਨੇ। ਆ ਜਿਹੜਾ ਬੰਦਾ ਹੈ ਗੁਰਪਤਵੰਤ ਸਿੰਘ ਪੰਨੂ, ਇਹਨੇ ਉਹੋ ਜਿਹੇ ਸਾਰੇ ਚਾਂਬਲੇ ਬੰਦੇ ਆਪਣੇ ਮਗਰ ਲਾਏ ਹੋਏ ਨੇ। ਔਰ ਇਹਨੂੰ ਇਹ ਨਹੀਂ ਪਤਾ ਕਿ ਜਿੱਦਣ ਹਿੰਦੁਸਤਾਨ ਸਰਕਾਰ ਆਪਣੀ ਆਈ ਤੇ ਆ ਗਈ ਤੇ ਇਹਨੂੰ ਬੋਦਿਆਂ ਤੋਂ ਫੜ ਕੇ ਧੂ ਲਿਆਊ ਇੱਥੇ। ਜੀ ਬਿਲਕੁਲ ਬਿਲਕੁਲ। ਇਹਦੇ ਨਾਲ ਹੀ ਗੱਲ ਕਰਦੇ ਆ ਸਰ ਭਗਵੰਤ ਮਾਨ, ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ, ਜਿਨ੍ਹਾਂ ਨੇ ਅਕਸਰ ਕਈ ਵਾਰ ਕਿਹਾ ਕਿ ਪੰਜਾਬ ਦੇ ਵਿੱਚ ਅਸੀਂ ਅਧਿਆਪਕਾਂ ਦੀ ਜਿਹੜੀ ਟ੍ਰੇਨਿੰਗ ਹੈ ਵਿਦੇਸ਼ਾਂ ਦੇ ਵਿੱਚ ਕਰਾਂਗੇ। ਆਪਾਂ ਆਪਣੇ ਪ੍ਰੋਗਰਾਮ 'ਚ ਕਈ ਵਾਰ ਗੱਲ ਕੀਤੀ ਹੈ ਕਿ ਵਿਦੇਸ਼ਾਂ ਦੇ ਵਿੱਚੋਂ ਕੀ ਜਾ ਕੇ ਸਿੱਖਣਗੇ। ਸੋ ਉਹਨਾਂ ਦੀ ਪੜ੍ਹਾਈ ਜਾਂ ਉਹਨਾਂ ਦਾ ਜਿਹੜਾ ਸਿਸਟਮ ਹੈ ਤੇ ਸਾਡਾ ਜਿਹੜਾ ਸਿਸਟਮ ਹੈ, ਕਾਫੀ ਉਹਨਾਂ 'ਚ ਡਿਫਰੈਂਸ ਹੈ। ਚਲੋ ਖੈਰ, ਫਿਰ ਵੀ ਉਹ ਚਾਹੁੰਦੇ ਨੇ ਕਿ ਜਿਹੜੇ ਐਜੂਕੇਸ਼ਨਲ ਟੂਰਸ ਨੇ ਉਹ ਵਿਦੇਸ਼ਾਂ ਦੇ ਵਿੱਚ ਲੱਗਣ ਸਾਡੇ ਟੀਚਰਾਂ ਦੇ। ਸੋ ਇਹਦੇ ਤਹਿਤ ਉਹਨਾਂ ਨੇ ਕੱਲ੍ਹ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਦੇ ਵਿੱਚ ਉਹਨਾਂ ਨੇ ਅਧਿਆਪਕਾਂ ਨੂੰ ਤੇ ਪ੍ਰਿੰਸੀਪਲਾਂ ਨੂੰ ਇਹ ਪੁੱਛਿਆ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਲਈ ਕੀ ਕੀ ਕਦਮ ਪੁੱਟਣੇ ਚਾਹੀਦੇ ਨੇ, ਸਾਨੂੰ ਸਲਾਹ ਦਿਓ। ਸੋ ਪ੍ਰਿੰਸੀਪਲਾਂ ਤੋਂ ਉਹਨਾਂ ਨੇ ਸਲਾਹ ਲਈ ਹੈ, ਕੀ ਕਹੋਗੇ? ਸਮਝ ਨਹੀਂ ਆ ਰਹੀ ਗੱਲ ਦੀ। ਭੰਬਲ ਭੂਸੇ ਜਿਹੇ ਵਾਲਾ ਇਹ ਬਿਆਨ ਹੈ। ਤੁਸੀਂ ਪਹਿਲਾਂ ਇੱਕ ਗੱਲ ਸੋਚੋ, ਕਹਿੰਦੇ ਆਕਸਫੋਰਡ ਭੇਜਾਂਗੇ, ਹਾਰਵਰਡ ਭੇਜਾਂਗੇ। ਪਹਿਲਾਂ ਇਹਨਾਂ ਨੇ ਕਿਹਾ ਸੀਗਾ ਫਿਨਲੈਂਡ ਜਾਣਗੇ, ਇਜ਼ਰਾਈਲ ਵੀ ਜਾਣਗੇ, ਠੀਕ ਹੈ। ਹੁਣ ਇਹ ਹਾਰਵਰਡ ਇਹਨਾਂ ਨੇ ਨਵਾਂ ਸ਼ਾਮਿਲ ਕਰ ਲਿਆ। ਅੱਛਾ, ਪਹਿਲਾਂ ਆਕਸਫੋਰਡ ਸੀਗਾ, ਆਕਸਫੋਰਡ ਸੀਗਾ ਪਹਿਲਾਂ, ਇਹ ਨਵਾਂ। ਹੁਣ ਮੈਨੂੰ ਇੱਕ ਗੱਲ ਦੱਸੋ ਵੀ ਹਾਰਵਰਡ ਤੇ ਆਕਸਫੋਰਡ ਦੇ ਵਿੱਚ ਸਕੂਲਾਂ ਦੇ ਬੱਚਿਆਂ ਨੂੰ ਸਿਖਾਉਣ ਦੇ ਗੁਰ ਸਿਖਾਏ ਜਾਂਦੇ ਜੀ? ਫਿਰ ਤੁਹਾਡਾ ਉਹਨਾਂ ਦੇ ਨਾਲ ਯੂਨੀਵਰਸਿਟੀਆਂ ਨਾਲ, ਜਿਹੜੀਆਂ ਸੰਸਾਰ ਪ੍ਰਸਿੱਧ ਯੂਨੀਵਰਸਿਟੀਆਂ, ਉਹਨਾਂ ਦੇ ਨਾਲ ਕੋਈ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋਇਆ? ਤੁਹਾਡਾ ਕੋਈ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਮਤਲਬ ਕੋਈ, ਆਪਾਂ ਕਹਿੰਦੇ ਹੁੰਦੇ ਹਾਂ ਕਿ ਤੁਹਾਡਾ ਕੋਈ ਇਸ ਤਰ੍ਹਾਂ ਦਾ ਉਹਨਾਂ ਨਾਲ, ਉਹ ਕੀ ਕਹਿੰਦੇ ਆਪਾਂ ਉਹਨੂੰ, ਇਕਰਾਰ ਹੋਇਆ? ਇਕਰਾਰ, ਜੀ। ਉਹ ਕੋਈ ਤੁਹਾਡਾ ਅਧਿਕਾਰਿਕ ਸਰਕਾਰੀ ਤੌਰ ਤੇ ਇਕਰਾਰ ਨਹੀਂ ਹੋਇਆ। ਔਰ ਤੁਸੀਂ ਕਹਿ ਰਹੇ ਹੋ ਅਸੀਂ ਉੱਥੇ ਭੇਜਾਂਗੇ ਟ੍ਰੇਨਿੰਗ ਵਾਸਤੇ। ਸਾਡੇ ਹਾਲਾਤ ਹੋਰ ਨੇ, ਸਾਡੀ ਜ਼ਬਾਨ ਹੋਰ ਹੈ, ਬਿਲਕੁਲ, ਸਾਡਾ ਸੱਭਿਆਚਾਰ ਹੋਰ ਹੈ, ਅਲੱਗ ਹੈ, ਬਿਲਕੁਲ। ਸਾਡੇ ਬੱਚਿਆਂ ਦੀ ਸਮਝਣ ਸਮਰੱਥਾ ਹੋਰ ਹੈ। ਜਿਸ ਤਰ੍ਹਾਂ ਦੇ ਮਾਹੌਲ 'ਚੋਂ ਪੜ੍ਹੇ ਨੇ ਜੀ, ਉਹਨਾਂ ਨੂੰ ਉਸ ਤਰ੍ਹਾਂ ਦੇ ਮਾਹੌਲ ਵਾਲੀ ਹੀ ਸਿੱਖਿਆ ਚਾਹੀਦੀ ਹੈ। ਔਰ ਉਹ ਉਸੇ ਮੁਹਾਵਰੇ 'ਚ ਹੀ ਸਮਝਣਗੇ ਜਿਸ ਮੁਹਾਵਰੇ 'ਚ ਜ਼ਬਾਨ ਹੈ ਤੁਹਾਡੀ ਮਾਂ ਬੋਲੀ। ਠੀਕ, ਉੱਧਰ ਜਾ ਕੇ ਉਹ ਕੀ ਸਿੱਖਣਗੇ? ਮਤਲਬ ਉਹਨਾਂ ਦੇ ਸੱਭਿਆਚਾਰ ਮੁਤਾਬਕ ਹੀ ਉੱਥੋਂ ਦੀ ਸਿੱਖਿਆ ਨੀਤੀ ਉਲੀਕੀ ਗਈ ਹੈ ਜੀ, ਕਿ ਇੱਥੇ ਬੱਚਿਆਂ ਦਾ IQ ਕਿਸ ਤਰ੍ਹਾਂ ਦਾ, ਠੀਕ ਹੈ। ਬੜੇ ਉਹ ਅਮੀਰ ਤਰੀਨ ਮੁਲਕ ਨੇ, ਉੱਥੇ ਜਿਹੜੀਆਂ ਗੱਲਾਂ ਸਾਨੂੰ ਹੁਣ ਜਾ ਕੇ ਪਤਾ ਲੱਗੀਆਂ ਆਪਾਂ ਨੂੰ। ਮੈਨੂੰ ਸਾਰਾ ਮਤਲਬ ਤੁਸੀਂ ਯਕੀਨ ਮੰਨੋ 10 ਸਾਲ ਪਹਿਲਾਂ ਇਹ ਨਹੀਂ ਪਤਾ ਸੀ ਈਮੇਲ ਕੀ ਹੁੰਦੀ ਹੈ। ਹਾਂਜੀ, ਉਹ ਬੰਦੇ ਨੇ ਮੈਨੂੰ ਪੁੱਛਿਆ, ਮੈਂ ਬਾਹਰ ਗਿਆ ਤੇ ਮੈਨੂੰ ਉੱਥੇ ਇੱਕ ਬੰਦੇ ਨੇ ਕਿਹਾ ਕਿ ਤੂੰ ਖਬਰਾਂ ਪੜ੍ਹਿਆ ਕਰ। ਅੱਛਾ, ਮੈਂ ਕਿਹਾ ਜੀ ਪੜ੍ਹ ਲਿਆ ਕਰੂੰਗਾ। ਤੇ ਉਹ ਕਹਿੰਦੇ ਵੀ ਤੈਨੂੰ ਇੰਨੇ ਪੈਸੇ ਦੇ ਦਿਆ ਕਰਾਂਗੇ। ਮੈਂ ਕਿਹਾ ਠੀਕ ਹੈ। ਤਾਂ ਤੁਸੀਂ ਸਵੇਰੇ 6 ਵਜੇ ਪਹੁੰਚ ਜਾਓ। ਪਹੁੰਚ ਗਏ, ਉੱਥੇ ਲੜਕੀ ਬੈਠੀ ਸੀਗੀ ਤੇ ਮੈਂ ਗਿਆ, ਕਿਉਂਕਿ ਕੈਮਰੇ ਲੱਗੇ ਆ, ਉਹ ਥੱਲੋਂ ਦਰਵਾਜ਼ਾ ਖੁੱਲ੍ਹ ਗਿਆ ਤੇ ਉੱਪਰ ਮੈਂ ਗਿਆ ਤੇ ਉਹਨੇ ਮੈਨੂੰ ਕਹਿੰਦੀ ਤੁਸੀਂ ਇਸ ਤਰ੍ਹਾਂ ਕਰੋ, ਆਪਣੀਆਂ ਖਬਰਾਂ ਬੋਲੋ ਤੇ ਫਿਰ ਨਾ ਸਰਵਰ ਤੇ ਪਾ ਦਿਓ। ਅੱਛਾ, ਤੇ ਪਾ ਕੇ ਨਾ ਫਿਰ ਪਹਿਲਾਂ ਤੁਸੀਂ ਇੰਟਰਨੈਟ ਤੋਂ ਖਬਰਾਂ ਲੈ ਲਓ। ਤੇ ਮੈਂ ਤਾਂ ਨਾ ਇੰਟਰਨੈਟ ਸ਼ਬਦ ਹੀ ਬੜਾ ਵੱਡਾ ਸੀ। ਪਹਿਲੀ ਗੱਲ ਤਾਂ ਮੈਨੂੰ ਇਹ ਨਾ ਪਤਾ ਲੱਗੇ ਵੀ ਇੰਟਰਨੈਟ ਕੀ ਹੁੰਦਾ ਹੈ। ਮੈਂ ਕਿਹਾ ਜੀ ਮੈਨੂੰ, ਕਹਿੰਦੀ ਤੁਹਾਡੀ ਈਮੇਲ ਹੈਗੀ? ਮੈਂ ਕਿਹਾ ਉਹ ਕੀ ਹੁੰਦੀ ਆ? ਤੇ ਉਹ ਸੁਣਨ ਲੱਗ ਗਈ, ਕਹਿੰਦੀ ਤੁਸੀਂ ਦੇਖੋ 2 ਘੰਟਿਆਂ ਦੇ ਵਿੱਚ ਤੁਹਾਡੀਆਂ ਖਬਰਾਂ ਬ੍ਰੌਡਕਾਸਟ ਹੋਣੀਆਂ ਨੇ ਤੇ ਤੁਹਾਨੂੰ ਆਪਣੀ ਈਮੇਲ ਦਾ ਨਹੀਂ ਪਤਾ। ਮੈਂ ਕਿਹਾ ਮੈਨੂੰ ਕੁਛ ਨਹੀਂ ਪਤਾ। ਕਹਿੰਦੀ ਫਿਰ ਇਹ ਤਾਂ ਕਰਨਾ ਪਏਗਾ। ਇੱਥੋਂ ਜਮਸ਼ੇਰ ਦੀ ਸੀ ਉਹ ਲੜਕੀ ਜੀ, ਤੇ ਮੈਂ ਉਹਨੂੰ ਕਿਹਾ ਵੀ ਮੈਨੂੰ ਤਾਂ ਮਤਲਬ ਬਿਲਕੁਲ ਹੀ ਕੁਛ ਨਹੀਂ ਆਉਂਦਾ। ਕਹਿੰਦੀ ਬਿਲਕੁਲ ਹੀ, ਤੁਸੀਂ ਬਿਲਕੁਲ ਰॉ ਹੈਂਡ। ਮੈਂ ਕਿਹਾ ਕੁਛ ਨਹੀਂ ਪਤਾ, ਮੇਰੇ ਕੋਲ ਘਰੇ ਕੰਪਿਊਟਰ ਵੀ ਨਹੀਂ, ਲੈਪਟਾਪ ਲੂਪਟਾਪ ਤੂੰ ਕਰੀ ਜਾਣੇ, ਮੈਨੂੰ ਕੁਛ ਨਹੀਂ ਪਤਾ। ਚਲੋ
ਖੈਰ ਇੱਕ ਬੰਦੇ ਦੀ ਮਦਦ ਲਈ। ਹੂੰ ਫਿਰ ਜਿਹਨਾਂ ਦੇ ਘਰ ਠਹਿਰਿਆ ਸੀ ਉਹਨਾਂ ਦਾ ਬੇਟਾ ਸੀਗਾ ਜੀ ਛੋਟਾ ਜਿਹਾ, ਉਹਨੇ ਫਿਰ ਮੈਨੂੰ ਬੇਸਿਕਸ ਦੱਸੀਆਂ ਹੂੰ ਕਿ ਆ ਇੱਥੋਂ ਸ਼ੁਰੂ ਹੋ ਜਾਓ ਇਹ ਤੋਂ, ਔਰ ਮੈਨੂੰ 20 ਕੁ ਦਿਨ ਲੱਗੇ, ਮੈਂ ਅੱਛਾ ਆਪਣਾ ਕੰਮ ਕਰਨ ਜੋਗਾ ਹੋ ਗਿਆ। ਹੋ ਗਿਆ ਹੁਣ ਸਾਡੇ ਜਿਹੜੇ ਬੱਚੇ ਨੇ ਨਿੱਕੇ ਨਿੱਕੇ, ਉਹਨਾਂ ਨੂੰ ਇਸ ਤਰ੍ਹਾਂ ਡਿਜੀਟਲ ਤਰੀਕੇ ਨਾਲ ਹੂੰ ਸਿੱਖਿਆ ਨਹੀਂ ਦਿੱਤੀ ਜਾਂਦੀ। ਜੀ ਸਿੱਖਿਆ ਦੇ ਦੇਣ ਦੇ ਸਾਡੇ ਢੰਗ ਹੋਰ ਨੇ, ਹੋਰ ਨੇ ਬਿਲਕੁਲ ਔਰ ਮੈਂ ਨਹੀਂ ਸਮਝਦਾ ਕਿ ਇੱਥੇ ਕਿਸੇ ਟ੍ਰੇਨਿੰਗ ਦੀ ਲੋੜ ਹੈ। ਲੋੜ ਜਿਹੜੇ ਪਹਿਲਾਂ ਹੂੰ MS ਰੰਧਾਵਾ ਵਰਗੇ ਹੂੰ ਐਡੇ ਵੱਡੇ ਸਕਾਲਰ ਜਿਹੜੇ ਦਿੱਲੀ ਦੇ ਡਿਪਟੀ ਕਮਿਸ਼ਨਰ ਵੀ ਬਣੇ, ਔਰ ਉਹਨਾਂ ਦਾ ਨਾਂ ਹੈ ਪੰਜਾਬੀ ਸੱਭਿਆਚਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਹੁਣ ਤੁਸੀਂ ਦੇਖੋ ਕਿ ਹਿੰਦੁਸਤਾਨ 'ਚ ਐਸੇ ਵਿਅਕਤੀ ਨੇ ਹੋਏ ਨੇ ਜਿਹੜੇ ਕਿ ਸਧਾਰਨ ਸਕੂਲਾਂ ਦੇ ਵਿੱਚ ਪੜ੍ਹੇ, ਸਰਕਾਰੀ ਸਕੂਲਾਂ 'ਚ ਪੜ੍ਹੇ। ਲਾਲ ਬਹਾਦਰ ਸ਼ਾਸਤਰੀ ਨਦੀ ਪਾਰ ਕਰਕੇ ਇੱਕ ਸਕੂਲ ਦੇ ਵਿੱਚ ਪੜ੍ਹਨ ਜਾਇਆ ਕਰਦੇ ਸਨ ਜੀ ਔਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਣੇ, ਔਰ ਉਹ ਜਿੰਨਾ ਉਹਨਾਂ ਦਾ ਛੋਟਾ ਕੱਦ ਸੀ, ਹੋ ਉਹਨਾਂ ਦਾ ਜ਼ਮੀਰ ਤੇ ਰੁਤਬਾ ਕਿੰਨਾ ਉੱਚਾ ਸੀ ਕਿ ਪਾਕਿਸਤਾਨ ਨੂੰ ਲਿਲਕੜੀਆਂ ਕੱਢਣ ਲਾਤਾ ਸੀਗਾ। ਜੀ ਉਸ ਤੋਂ ਬਾਅਦ ਦੀ ਆਪਾਂ ਗੱਲ ਕਰਦੇ ਹਾਂ, ਡਾਕਟਰ ਮਨਮੋਹਨ ਸਿੰਘ ਹੂੰ ਸਰਕਾਰੀ ਸਕੂਲ 'ਚ ਹੀ ਪੜ੍ਹੇ, ਬਿਲਕੁਲ ਔਰ ਫਿਰ ਸਰਕਾਰੀ ਸਕੂਲ ਪੜ੍ਹਨ ਤੋਂ ਬਾਅਦ ਉਹ ਲੰਡਨ ਸਕੂਲ ਆਫ ਇਕਨੋਮਿਕਸ 'ਚ ਗਏ, ਔਰ ਉੱਥੇ ਅੱਜ ਉਹਨਾਂ ਦੀਆਂ ਮਤਲਬ ਕਿਤਾਬਾਂ ਜਿਹੜੀਆਂ ਨੇ ਲਿਖੀਆਂ ਹੋਈਆਂ ਉੱਥੇ ਪੜ੍ਹਾਈਆਂ ਜਾਂਦੀਆਂ ਨੇ। ਜੀ ਠੀਕ, ਤੇ ਉਹਨਾਂ ਨੂੰ ਪੜ੍ਹਾਉਣ ਵੇਲੇ ਤਾਂ ਕਿਸੇ ਉਦੋਂ ਦੇ ਮੁੱਖ ਮੰਤਰੀ ਨੇ ਨਹੀਂ ਸੋਚਿਆ ਕਿ ਇਹਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹਾਰਵਰਡ ਜਾਂ ਆਕਸਫੋਰਡ ਭੇਜਿਆ ਜਾਵੇ। ਜੀ ਫਿਰ ਤੁਸੀਂ ਹੋਰ ਦੇਖੋ, ਡਾਕਟਰ MS ਰੰਧਾਵਾ ਜਿਹੜੇ ਦਿੱਲੀ ਦੇ ਡਿਪਟੀ ਕਮਿਸ਼ਨਰ ਵੀ ਰਹੇ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ, ਜਿਨ੍ਹਾਂ ਦਾ ਸੱਭਿਆਚਾਰ ਨੂੰ ਬਹੁਤ ਵੱਡਾ ਯੋਗਦਾਨ ਹੈ। ਜਿਹੜੀ ਵਿਰਾਸਤੀ ਹਵੇਲੀ ਬਣਾਈ ਹੋਈ ਹੈ ਐਗਰੀਕਲਚਰ ਯੂਨੀਵਰਸਿਟੀ, ਤੁਸੀਂ ਵੇਖਣ ਵਾਲੀ ਹੈ, ਔਰ ਉਹ ਬੜੀ ਮਤਲਬ ਹਿਮਾਚਲ ਦੇ ਵਿੱਚ ਵੀ ਉਹਨਾਂ ਦਾ ਬੜਾ ਕੰਮ ਹੈ। ਹੁਣ ਇਹੋ ਜਿਹੇ ਵਿਅਕਤੀ ਸਧਾਰਨ ਸਕੂਲਾਂ 'ਚ ਪੜ੍ਹੇ, ਸਧਾਰਨ ਸਕੂਲਾਂ ਦੇ ਵਿੱਚ ਆਪਾਂ ਵੀ ਪੜ੍ਹੇ, ਅਸੀਂ ਉਹਨਾਂ ਸਕੂਲਾਂ 'ਚ ਪੜ੍ਹੇ ਜਿੱਥੇ ਕਿ ਊੜਾ ਆੜਾ ਪਹਿਲਾਂ ਜ਼ਮੀਨ ਤੇ ਲਿਖਾਇਆ ਜਾਂਦਾ ਸੀ ਰੇਤਾ ਪਾ ਕੇ। ਠੀਕ, ਕੋਈ ਕਮੀ ਨਹੀਂ। ਜੇ ਅਸੀਂ ਸੋਚੇ ਜਾਵੇ ਵੀ ਅਸੀਂ ਕਿਸੇ ਗੱਲੋਂ ਉਣੇ ਆ ਜਾਂ ਸਾਡੇ 'ਚ ਕੋਈ ਕਮੀ ਆ, ਨਹੀਂ ਜੀ ਬਿਲਕੁਲ। ਪੰਜਾਬੀ ਤੋਂ MA ਵੀ ਕਰ ਲਈ, ਪੰਜਾਬ ਯੂਨੀਵਰਸਿਟੀ ਤੋਂ ਵੀ ਕਰ ਲਈ, ਪੜ੍ਹ ਲਏ, ਹੁਣ ਤੱਕ ਪੜ੍ਹਾਈ ਜਾਰੀ ਹੈ। ਬਿਲਕੁਲ ਬਿਲਕੁਲ ਜੀ। ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਦਿਮਾਗ ਦੇ ਵਿੱਚ ਪੇਚ ਫਸ ਕਿਉਂ ਗਿਆ ਹੈ ਕਿ ਬਾਹਰ ਭੇਜਿਆ ਕਰਾਂਗੇ, ਬਾਹਰੋਂ ਕੀ ਲੈ ਕੇ ਆਇਆ ਕਰੋਗੇ। ਫਿਰ ਬਾਹਰ ਤੁਸੀਂ ਕਹੀ ਜਾਣ, ਫਿਰ ਇੱਕ ਹੋਰ ਪਹਿਲਾਂ ਇਹਨਾਂ ਨਾਲੇ ਫਿਰ ਭਗਵੰਤ ਮਾਨ ਹੋਣਾ ਨੂੰ ਕੋਈ ਉੱਠ ਕੇ ਇਹ ਕਿਉਂ ਨਹੀਂ ਕਹਿੰਦਾ ਕਿ ਬੇਸ਼ੱਕ ਤੁਸੀਂ ਆਪਣੇ ਅਧਿਆਪਕਾਂ ਨੂੰ ਬਾਹਰ ਸਿਖਲਾਈ ਲਈ ਭੇਜੋ, ਬਹੁਤ ਚੰਗੀ ਸੋਚ ਹੈ, ਚਲੋ ਜੇ ਤੁਹਾਨੂੰ ਲੱਗਦਾ ਕਿ ਉੱਥੇ ਕੁਝ ਚੰਗਾ ਸਿੱਖ ਕੇ ਆ ਸਕਦੇ ਨੇ, ਚਲੋ ਭੇਜ ਦਿਓ, ਪਰ ਇਹ ਵੀ ਦੇਖ ਲੈਣਾ ਕਿ ਉੱਥੇ ਦੇ ਅਧਿਆਪਕਾਂ ਨੂੰ ਘੜੀਸ ਕੇ ਕੁੱਟਿਆ ਨਹੀਂ ਜਾਂਦਾ। ਉੱਥੇ ਦੇ ਅਧਿਆਪਕਾਂ ਨੂੰ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਸੜਕਾਂ ਦੇ ਉੱਤੇ ਰੋਸ ਨਹੀਂ ਕਰਨਾ ਪੈਂਦਾ। ਇਹ ਚੀਜ਼ਾਂ ਕਿਉਂ ਨਹੀਂ ਸਿੱਖ ਕੇ ਇੱਥੇ ਲੈ ਕੇ ਆਉਂਦੇ? ਇਹ ਪਹਿਲਾਂ ਇਹ ਕਰੋ, ਫਿਰ ਬਾਅਦ ਚ ਕਰਿਓ। ਫਿਰ ਇੱਕ ਹੋਰ ਇਹਨਾਂ ਦਾ ਦੇਖੋ ਜੁਮਲਾ, ਆਖੇ ਫਿਨਲੈਂਡ ਭੇਜਿਆ ਕਰਾਂਗੇ। ਭਗਵੰਤ ਮਾਨ ਜੀ ਜਿਹੜੇ ਮੁੱਖ ਮੰਤਰੀ, ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਫਿਨਲੈਂਡ ਨੇ ਤਾਂ ਕੋਈ ਸਿੱਖਿਆ ਦੇ ਖੇਤਰ ਵਿੱਚ ਐਸਾ ਮਾਰਕਾ ਨਹੀਂ ਮਾਰਿਆ ਜੀ। ਉਹ ਦੁਨੀਆ ਦੇ ਜਿਹੜੇ ਮਤਲਬ ਮੁਲਕ ਸਿੱਖਿਆ ਦੇ ਵਿੱਚ ਸਭ ਤੋਂ ਅੱਗੇ ਸਮਝੇ ਜਾਂਦੇ ਨੇ, ਉਹਨਾਂ 'ਚ ਫਿਨਲੈਂਡ ਦਾ 13ਵਾਂ ਨੰਬਰ ਹੈ। ਬਿਲਕੁਲ। ਸਭ ਤੋਂ ਪਹਿਲਾ ਨੰਬਰ ਬਰਤਾਨੀਆ ਦਾ, ਦੂਜਾ ਅਮਰੀਕਾ ਦਾ, ਤੀਜਾ ਆਸਟ੍ਰੇਲੀਆ ਦਾ। ਆਸਟ੍ਰੇਲੀਆ ਦਾ ਜ਼ਿਕਰ ਹੀ ਨਹੀਂ ਕਰਦੇ। ਸ਼ਾਇਦ ਉੱਥੇ ਉਹ ਸੋਚਦੇ ਹੋਣੇ ਵੀਜ਼ਾ ਮਿਲੇ ਜਾਂ ਨਾ ਮਿਲੇ। ਫਿਰ 13ਵਾਂ ਨੰਬਰ ਇਹਨਾਂ ਨੇ ਕਿਉਂ ਚੂਜ਼ ਕੀਤਾ? ਪਹਿਲੇ 5 ਵਿੱਚੋਂ ਵੀ ਤਾਂ ਚੂਜ਼ ਕੀਤੇ ਜਾ ਸਕਦੇ ਸੀ। ਮੈਂ ਉਹੀ ਗੱਲ ਕਰਦਾ ਵੀ ਤੁਸੀਂ ਇਹ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ ਜੀ। ਥੋੜੀ ਜਾਣਕਾਰੀ ਜਿਹੜੀ ਬੜੀ ਖਤਰਨਾਕ ਹੁੰਦੀ ਹੈ। ਤੋਂ ਪਹਿਲਾਂ ਤਾਂ ਇਹ ਸਲਾਹ ਲੈਣੀ ਚਾਹੀਦੀ ਹੁੰਦੀ ਹੈ ਆਪਣੇ ਐਡਵਾਈਜ਼ਰ ਤੋਂ, ਯਾਰ ਵੀ ਆਪਾਂ ਬਿਆਨ ਦੇਣਾ ਇਹ, ਤੇ ਆਪਾਂ ਕਿਵੇਂ ਦਈਏ। ਤੁਹਾਡਾ ਕਿਸੇ ਯੂਨੀਵਰਸਿਟੀ ਦੇ, ਪਹਿਲੀ ਗੱਲ ਤਾਂ ਯੂਨੀਵਰਸਿਟੀ ਦੇ ਵਿੱਚ ਸਕੂਲਾਂ ਦੇ ਮਤਲਬ ਜਿਹੜੇ ਅਧਿਆਪਕ ਜਾਂ ਪ੍ਰਿੰਸੀਪਲ ਉਹ ਕੀ ਕਰਨ ਜਾਣਗੇ? ਹਾਂ, ਉੱਥੋਂ ਦੇ ਕਿਸੇ ਸਕੂਲ ਦੀ ਗੱਲ ਕਰੋ ਕਿ ਸੇਂਟ ਜੋਸਫ ਸਕੂਲ ਹੈ ਜੀ, ਤਾਂ ਉਹਦੇ 'ਚ ਜਾਣਗੇ ਤਾਂ ਫਿਰ ਠੀਕ ਹੈ। ਹਾਰਵਰਡ ਯੂਨੀਵਰਸਿਟੀ 'ਚ ਸਕੂਲ ਦਾ ਪ੍ਰਿੰਸੀਪਲ ਕੀ ਉੱਥੇ ਤੂੰਬਾ ਵਜਾਉਣ ਜਾਊਗਾ? ਕੀ ਕਰੂਗਾ ਉੱਥੇ ਜਾ ਕੇ? ਫਿਰ ਇਹ ਹੈ ਕਿ ਇੱਕ ਦੇਖੋ, ਮੈਂ MA ਇੰਗਲਿਸ਼ ਵੀ ਹਾਂ, ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ। ਜਦੋਂ ਮੈਂ ਬਾਹਰ ਜਾਣਾ ਤਾਂ ਮੈਨੂੰ ਉਹਨਾਂ ਦੀ ਐਕਸੈਂਟ ਸਮਝਣ ਦੇ ਵਿੱਚ ਨਾ ਬਹੁਤ ਮੁਸ਼ਕਿਲ ਆਉਂਦੀ ਹੈ, ਕਿਉਂਕਿ ਜਿਸ ਤਰ੍ਹਾਂ ਉਹ ਬੋਲਦੇ ਆਪਾਂ ਬੋਲ ਨਹੀਂ ਸਕਦੇ। ਬਿਲਕੁਲ। ਫਿਰ ਉੱਥੇ ਜਾ ਕੇ ਨਾ ਮਤਲਬ ਜਦੋਂ ਕਾਫੀ ਦੇਰ ਆਪਾਂ ਰਹਿੰਦੇ ਹਾਂ, 2-3 ਮਹੀਨੇ ਰਹਿੰਦੇ, ਐਕਸੈਂਟ ਫੋਲੋ ਕਰਦੇ ਆ ਉਹਨਾਂ ਦੀ। ਹੁਣ ਇਹ ਪ੍ਰਿੰਸੀਪਲ ਜਾਣਗੇ, ਠੀਕ। ਪਹਿਲੀ ਗੱਲ ਤਾਂ ਮੈਂ ਗਰੰਟੀ ਕਹਿ ਸਕਦਾ 60% ਗੱਲਾਂ ਜਿਹੜੀਆਂ ਉਹ ਦੱਸਣਗੇ ਇਹਨਾਂ ਨੂੰ ਸਮਝ ਹੀ ਨਹੀਂ ਆਉਣੀਆਂ। ਦੁਭਾਸ਼ੀਆ ਲੈ ਕੇ ਜਾਣਾ ਪੈਣਾ ਇਹਨੂੰ ਨਾਲ। ਹਾਂ ਜੀ, ਮਤਲਬ ਜਾਂ ਇਹ ਖੁਦ ਪੰਜਾਬੀ 'ਚ ਬੋਲਣ, ਨਾਲ ਅੰਗਰੇਜ਼ੀ ਵਾਲਾ। ਹਾਂਜੀ, ਤੁਸੀਂ ਇਹ ਦੱਸੋ ਸਾਨੂੰ ਬੱਚਿਆਂ ਨੂੰ ਕਿਵੇਂ ਪੜ੍ਹਾਉਂਦੇ ਹੁੰਦੇ ਤੁਸੀਂ? ਫਿਰ ਉਹ ਅੰਗਰੇਜ਼ੀ 'ਚ ਤਰਜਮਾ ਕਰੇ। ਮਤਲਬ ਇਹ ਐਂ ਹੋ ਸਕਦਾ। ਲੇਕਿਨ ਸਿੱਧੇ ਜਾ ਕੇ ਤੁਸੀਂ ਗੱਲਬਾਤ ਕਰਕੇ ਤੇ ਫਿਰ ਕਿੰਨੀ ਦੇਰ ਲੱਗੂਗੀ ਸਿਖਲਾਈ? ਬਿਲਕੁਲ। ਜੇ ਤਾਂ ਸਿਖਲਾਈ 3 ਸਾਲ ਦੀ ਹੈ, ਫਿਰ ਤਾਂ ਲੱਗਦਾ ਕੁਝ 20% ਸਿੱਖ ਹੋਣਗੇ। ਇੰਸਟੀਟਿਊਸ਼ਨ ਹੈ ਜਿਹੜਾ ਬਾਹਰਲੇ ਦੇਸ਼ਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਦਿੰਦਾ, ਫਿਰ ਵੀ ਗੱਲ ਸਮਝ ਆਉਂਦੀ ਹੈ।
ਤੇ ਜੇ ਆਈ ਹੈ ਵੀ ਟੂਰ ਲਾ ਕੇ ਆਉਣਾ, ਵੀ ਸਕੂਲ ਦਾ ਜਿਹੜਾ ਕੱਢਿਆ ਹੋਣਾ, ਬਾਹਰੋਂ ਦੇਖ ਕੇ ਆਉਣਾ, ਤੁਹਾਨੂੰ ਪ੍ਰਵਾਨਗੀ ਲੈਣੀ ਪੈਣੀ ਹੈ। ਜੇ ਸਕੂਲ ਜਾਓਗੇ ਜੀ, ਉੱਥੇ ਸਕੂਲ ਕੋਲੇ ਤੁਹਾਨੂੰ ਖੜਨ ਨਹੀਂ ਦੇਣਾ ਕਿਸੇ ਨੇ। ਤੁਸੀਂ ਬੱਚੇ ਨਾਲ ਗੱਲ ਤੱਕ ਨਹੀਂ ਕਰ ਸਕਦੇ, ਨਹੀਂ ਕਰ ਸਕਦੇ ਜੀ। ਮਤਲਬ ਇਹ ਨਹੀਂ ਕਿ ਤੁਸੀਂ ਬੱਚੇ ਨੂੰ ਖੜਾ ਕੇ ਪੁੱਛੋ ਹਾਂ ਬੇਟੇ ਤੁਹਾਡਾ ਸਕੂਲ ਦਾ ਕਿਵੇਂ ਹੈ ਸਿਸਟਮ, ਨਹੀਂ, ਉਹ ਜੁਰਮ ਆ ਉੱਥੇ। ਤੁਸੀਂ ਬੱਚੇ ਨੂੰ ਕੋਈ ਮਾਹੌਲ ਨਹੀਂ ਕਰ ਸਕਦੇ, ਬੱਚੇ ਨੂੰ ਕੋਈ ਟੀਚਰ ਨਹੀਂ ਕਰ ਸਕਦੇ। ਤੁਰੇ ਜਾਂਦੇ ਬੱਚੇ ਨੂੰ ਆਪਾਂ ਐਵੇਂ ਕਰ ਦਿੰਦੇ ਉੱਥੇ ਇਹ ਤੁਸੀਂ ਅੰਦਰ ਹੋ ਜਾਓਗੇ। ਸੋ ਇਹ ਤੁਸੀਂ ਜਦ ਤੱਕ ਸਾਰਾ ਕੁਝ ਉਲੀਕਦੇ ਨਹੀਂ ਗਏ, ਤੁਹਾਡੀ ਮਤਲਬ ਕੀ ਸਾਰੀ ਰਣਨੀਤੀ ਹੈ, ਪਹਿਲਾਂ ਤਾਂ ਉਸ ਨੂੰ ਤੁਸੀਂ ਪਾਓ ਕਿ ਐਸ ਸਿਸਟਮ ਦੇ ਅਧੀਨ ਇਹ ਜਾਣਗੇ, ਆਹ ਕੁਝ ਸਿੱਖ ਕੇ ਆਉਣਗੇ। ਇਹ ਕੋਰਸ ਇੰਨੇ ਤੋਂ ਇੰਨੇ ਸਾਲਾਂ ਦਾ ਹੋਊਗਾ, ਤੇ ਜੇ ਤੁਸੀਂ ਸੋਚਦੇ 15 ਦਿਨ ਦਾ ਟੂਰ ਲਾ ਕੇ ਸਾਰਾ ਕੁਝ ਸਿੱਖ ਕੇ ਆਉਣਗੇ, ਇਹ ਤੋਂ ਵੱਡਾ ਲਤੀਫਾ ਫਿਰ ਕੋਈ ਨਹੀਂ ਹੋ ਸਕਦਾ। ਜੀ ਬਿਲਕੁਲ ਜੀ, ਬਿਲਕੁਲ ਹੈ ਤਾਂ ਬਹੁਤ ਵੱਡਾ ਲਤੀਫਾ। ਇਹਦੇ ਨਾਲ ਹੀ ਸਰ ਗੱਲ ਕਰਦੇ ਹਾਂ, ਇੱਕ ਪਾਸੇ ਤਾਂ ਕਹਿੰਦੇ ਪਏ ਨੇ ਕਿ ਅਸੀਂ ਅਧਿਆਪਕਾਂ ਨੂੰ ਬਾਹਰ ਜਿਹੜੇ ਨੇ ਪੜ੍ਹਾਉਣ ਭੇਜਾਂਗੇ, ਦੂਜੇ ਪਾਸੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਵਰਕਰਾਂ ਦੇ ਵੱਲੋਂ ਭਗਵੰਤ ਮਾਨ, ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਧਰਨੇ ਦਿੱਤੇ ਗਏ। ਮੰਗ ਹੈ ਕਿ ਜਿਹੜੇ ਵਰਕਰ ਇੰਨੇ ਸਾਲਾਂ ਤੋਂ ਕੱਚੇ ਤੌਰ ਤੇ ਕੰਟਰੈਕਟ ਦੇ ਉੱਤੇ ਕੰਮ ਕਰਦੇ ਨੇ, ਠੇਕੇ ਤੇ ਕੰਮ ਕਰਦੇ ਨੇ, ਉਹਨਾਂ ਨੂੰ ਪੱਕਾ ਕੀਤਾ ਜਾਵੇ। ਕੀ ਕਹਿੰਦੇ ਹੋ? ਦੇਖੋ ਹੁਣ ਕਹਿਣ ਨੂੰ ਤਾਂ ਕੁਝ ਬਚਿਆ ਨਹੀਂ। ਭਗਵੰਤ ਮਾਨ ਜੀ ਕਹਿੰਦੇ ਸੀ ਮੇਰਾ ਹਰਾ ਪੈਨ ਜਿਹੜਾ ਉਹ ਜਿਹੜਾ ਚੱਲੂਗਾ ਨਾ, ਇਹ ਕੱਚਿਆਂ ਨੂੰ ਪੱਕਿਆਂ ਕਰਨ ਵਾਸਤੇ ਚੱਲੂਗਾ, ਪਰ ਉਹਦੀ ਸ਼ਾਹੀ ਜਾਂ ਤਾਂ ਮੁੱਕ ਗਈ ਹੈ ਤੇ ਜਾਂ ਉਹ ਦਿੱਲੀ ਤੋਂ ਆਣੀ ਹੈ। ਉਹ ਪੈਨ ਜਿਹੜਾ ਮੈਨੂੰ ਲੱਗਦਾ ਇਹਨਾਂ ਨੇ ਮਤਲਬ ਆਪ ਹੀ ਸੁੱਟ ਦਿੱਤਾ ਕਿਤੇ ਕਿ ਯਾਰ ਇਹ ਕਹੀ ਜਾਣਗੇ ਹੁਣ ਇਹਨੂੰ ਵਰਤੋ, ਤੇ ਵਰਤ ਮੈਂ ਸਕਦਾ ਨਹੀਂਗਾ, ਕਿਉਂਕਿ ਜਿੰਨੀ ਦੇਰ ਤੱਕ ਮੈਨੂੰ ਆਦੇਸ਼ ਨਹੀਂ ਆਉਂਦਾ ਤੇ ਮੈਂ ਕਿਵੇਂ ਵਰਤੂੰਗਾ। ਇਹ ਜਿਹੜੀਆਂ ਸਮੱਸਿਆਵਾਂ ਨੇ ਕੰਟਰੈਕਟ ਵਾਲੇ ਮੁਲਾਜ਼ਮਾਂ ਦੀਆਂ, ਇਹ ਕੋਈ ਇੱਥੇ ਤੁਹਾਨੂੰ ਪਤਾ ਕੋਈ ਐਡਾ ਇਨਕਲਾਬ ਨਹੀਂ ਆ ਗਿਆ ਤੇ ਨਾ ਹੀ ਦਿੱਲੀ 'ਚ ਆਇਆ। ਦਿੱਲੀ 'ਚ ਵੀ ਇਹੀ ਹਾਲ ਹੈ। ਉਹ ਗੱਲ ਵੱਖਰੀ ਹੈ ਕਿ ਉਹ ਨਸ਼ਰ ਨਹੀਂ ਹੁੰਦਾ। ਤੁਸੀਂ ਜਦੋਂ ਗੋਦੀ ਮੀਡੀਆ ਨੂੰ ਪੈਸੇ ਖਵਾ ਦਿੰਦੇ ਹੋ ਤਾਂ ਫਿਰ ਉਹ ਇਹੋ ਜਿਹੀ ਖਬਰ ਨਹੀਂ ਲਾਉਂਦੇ ਕਿ ਇੱਥੇ ਇਸ ਸਕੂਲ ਦਾ ਇੰਨਾ ਮੰਦਾ ਹਾਲ ਹੈ, ਇੱਥੇ ਕੁਛ ਨਹੀਂ, ਆਹ ਮੁਹੱਲਾ ਕਲੀਨਿਕ 2-4 ਹੀ ਨੇ, ਤੇ ਉਹ ਜਿਹੜੀਆਂ ਦੀਆਂ ਡੀਂਗਾਂ ਮਾਰਦੇ ਆ ਉਹ ਅਸਲ ਸੱਚਾਈ ਨਹੀਂ। ਔਰ ਜਿਹੜੀ ਸਿੱਖਿਆ ਪ੍ਰਣਾਲੀ ਦੇ ਵਿੱਚ ਵਿਆਪਕ ਸੁਧਾਰ ਦੀ ਗੱਲ ਕਰਦੇ ਨੇ, ਉਹ ਤੁਸੀਂ ਕੋਵਿਡ ਦੇ ਦੌਰਾਨ ਵੇਖ ਹੀ ਲਿਆ ਜਦੋਂ ਦਿੱਲੀ ਦਾ ਜਲੂਸ ਨਿਕਲਿਆ ਸੀਗਾ। ਠੀਕ ਆ, ਇਸ ਕਰਕੇ ਕਹਿਣ ਵਾਲੀਆਂ ਗੱਲਾਂ ਹੋਰ ਹੁੰਦੀਆਂ, ਕਰਨ ਵਾਲੀਆਂ ਹੋਰ ਹੁੰਦੀਆਂ। ਔਰ ਜਿਹੜਾ ਵਿਅਕਤੀ ਖੁਦ ਇੱਕ ਕਲਾਕਾਰ ਹੋਵੇ, ਸੰਵੇਦਨਸ਼ੀਲ ਮਨ ਦਾ ਧਾਰਨੀ ਹੋਵੇ, ਔਰ ਉਹ ਇਹਨਾਂ ਸਮੱਸਿਆਵਾਂ ਨੂੰ ਸਮਝੇ ਨਾ, ਔਰ ਉਹ ਆਪਣੇ ਸਿੱਖਿਆ ਮੰਤਰੀ ਨੂੰ ਵਰਜੇ ਨਾ ਕਿ ਤੂੰ ਮਹਿਲਾਵਾਂ ਤੇ ਵੀ ਤਰਸ ਨਹੀਂ ਕਰਦਾ ਹੋਏ, ਉਹਦਾ ਮਹਿਕਮਾ ਖੋ ਕੇ ਉਹਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਬਹਿ ਜਾ ਤੂੰ ਵਿਧਾਇਕ ਹੀ ਠੀਕ ਹੈ, ਮੰਤਰੀ ਬਣਦੇ ਤੂੰ ਕਾਬਲ ਨਹੀਂ। ਇਹ ਉਹੀ ਮੀਤ ਹੇਅਰ ਹੈ ਨਾ ਜਿਹੜੇ ਮੁਲਾਜ਼ਮ ਸੀਗੇ ਅਧਿਆਪਕ, ਕੱਚੇ ਜਿਹੜੇ ਅਧਿਆਪਕ, ਬੇਰੁਜ਼ਗਾਰ ਅਧਿਆਪਕ, ਉਹ ਜਦੋਂ ਡੈਮੋਨਸਟ੍ਰੇਟ ਕਰਦੇ ਸੀ ਟੈਂਕੀਆਂ ਤੇ ਚੜ੍ਹ ਕੇ ਤੇ ਨਾਲ ਜਾ ਕੇ ਬਹਿ ਜਾਂਦਾ ਸੀ, ਤੇ ਇਹ ਹੁਣ ਡੰਡੇ ਦਾ ਆਰਡਰ ਦਿੰਦਾ ਵੀ ਕੁੱਟ ਕੇ ਇਹਨਾਂ ਨੂੰ ਸਿੱਧੇ ਕਰੋ। ਠੀਕ ਹੈ, ਸਿਆਸਤ ਦੇ ਵਿੱਚ ਜਦੋਂ ਬੰਦਾ ਦਾਖਲ ਹੋ ਜਾਂਦਾ ਉਹਨੂੰ ਉਹਦੇ ਮੁਤਾਬਿਕ ਹੀ ਚੱਲਣਾ ਪੈਂਦਾ, ਕਿਉਂਕਿ ਸਿਆਸਤ ਦੇ ਵਿੱਚ ਜੇ ਤੁਸੀਂ ਫਰੇਬੀ ਨਹੀਂ, ਝੂਠੇ ਨਹੀਂ, ਗਪੌੜ ਮਾਰਨ ਵਾਲੇ ਨਹੀਂ, ਧੋਖੇਬਾਜ਼ ਨਹੀਂ, ਠੀਕ ਹੈ, ਔਰ ਬਿਆਨ ਬਦਲਣ ਵਾਲੇ ਨਹੀਂ, ਉਨੀ ਦੇਰ ਤੱਕ ਤੁਸੀਂ ਸਿਆਸਤ 'ਚ ਕਾਮਯਾਬ ਨਹੀਂ ਹੋ ਸਕਦੇ। ਔਰ ਮੈਨੂੰ ਲੱਗਦਾ ਭਗਵੰਤ ਮਾਨ ਹੋਰਾਂ ਨੇ ਇਹ ਕਲਾ ਬਹੁਤ ਛੇਤੀ ਸਿੱਖ ਲਈ ਹੈ। ਠੀਕ ਹੈ, ਉਹ ਰੋਜ਼ ਕੋਈ ਇਹੋ ਜਿਹਾ ਬਿਆਨ ਦੇ ਦਿੰਦੇ ਆ, ਤੇ ਲੋਕ ਜਦੋਂ ਹੁਣ ਸਰਕਾਰ ਦੇ ਸੰਬੰਧ ਵਿੱਚ ਤਾਂ ਤੁਸੀਂ ਢੰਡੋਰਾ ਇਹ ਪਿੱਟੀ ਜਾਂਦੇ ਹੋ ਦੇ ਕੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਕਿ ਇੱਥੇ ਪਤਾ ਨਹੀਂ ਕਿੱਡਾ ਕੁ ਬਦਲਾਅ ਆ ਗਿਆ ਹੈ ਨਾ, ਔਰ ਤੁਸੀਂ ਮੀਡੀਆ ਨੂੰ ਇੱਕ ਤਰ੍ਹਾਂ ਨਾਲ ਬੁਰਕੀਆਂ ਪਾ ਕੇ ਖਰੀਦ ਲੈਂਦੇ ਹੋ, ਤਾਂ ਫਿਰ ਉਹ ਇਹੋ ਜਿਹੀ ਖਬਰ ਨਸ਼ਰ ਨਹੀਂ ਕਰਦੇ। ਪਰ ਜਿਹੜਾ ਬਾਜ਼ਮੀਰ ਮੀਡੀਆ ਹੈ ਉਹ ਇਹਨਾਂ ਗੱਲਾਂ ਦੀ ਪਰਵਾਹ ਵੀ ਨਹੀਂ ਕਰਦਾ। ਤੁਸੀਂ ਉਹਨਾਂ ਦੇ ਸਾਹਮਣੇ ਭਾਵੇਂ ਬੋਰੀਆਂ ਸੁੱਟ ਦਿਓ ਪੈਸਿਆਂ ਦੀਆਂ, ਉਹ ਆਪਣੀ ਖਬਰ ਜੋ ਲਾਉਣੀ ਹੈ ਹਕੀਕਤ ਦੀ ਉਹ ਲਾਉਣਗੇ। ਸੋ ਇਹ ਜਿਹੜੇ ਮੁਲਾਜ਼ਮ ਨੇ ਕਿੰਨੀ ਦੇਰ ਤੋਂ ਇਹ ਰੋਸ ਮੁਜ਼ਾਹਰੇ ਕਰ ਰਹੇ ਨੇ, ਗੱਲ ਸੁਣੀ ਨਹੀਂ ਜਾ ਰਹੀ, ਫਿਰ ਕੀ ਕਰਨ, ਘਰਾਓ ਹੀ ਕਰਨ। ਬਿਲਕੁਲ, ਹਰ ਰੋਜ਼ ਕਦੀ ਅਧਿਆਪਕਾਂ ਦੀ ਖਬਰ ਆ ਜਾਂਦੀ ਹੈ, ਹੁਣ ਜਲ ਸਪਲਾਈ ਵਿਭਾਗ ਦੇ ਵੱਲੋਂ ਖਬਰ ਆਈ ਹੈ। ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਸੀਗਾ, ਲੋਕਾਂ ਨੂੰ ਬਹੁਤ ਉਮੀਦਾਂ ਸੀਗੀਆਂ, ਕਿਉਂਕਿ ਲੋਕ ਜਿਹੜੇ ਨੇ ਪੁਰਾਣੀਆਂ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਸਨ। ਲੋਕਾਂ ਨੂੰ ਲੱਗਦਾ ਸੀਗਾ ਕਿ ਚਲੋ ਤੀਜਾ ਧਿਰ ਆਊਗਾ, ਸਾਡਾ ਜਿਹੜੀਆਂ ਮੰਗਾਂ ਨੇ ਪੂਰੀਆਂ ਹੋਣਗੀਆਂ। ਔਰ ਭਗਵੰਤ ਮਾਨ ਉਹਨਾਂ ਨੂੰ ਲੋਕਾਂ ਨੇ ਇਸ ਕਾਰਨ ਵੋਟਾਂ ਪਾਈਆਂ ਕਿਉਂਕਿ ਉਹ ਆਮ ਪਰਿਵਾਰ 'ਚ ਉੱਠੇ ਹੋਏ ਸਨ। ਲੱਗਦਾ ਸੀਗਾ ਲੋਕਾਂ ਨੂੰ ਕਿ ਇਹਨਾਂ ਨੇ ਜਿਹੜਾ ਸਟਰਗਲ ਦੇਖਿਆ, ਆਪ ਵੀ ਸੰਘਰਸ਼ ਕੀਤਾ ਤੇ ਦੂਸਰੇ ਦੇ ਸੰਘਰਸ਼ ਦੀ ਵੀ ਕਦਰ ਕਰਦੇ ਨੇ। ਸੋ ਗੱਲ ਤਾਂ ਫਿਰ ਉੱਥੇ ਹੀ ਆ ਕੇ ਮੁੜ ਤੁੜ ਕੇ ਖੜੀ ਹੋ ਜਾਂਦੀ ਹੈ ਕਿ ਕੀ ਹੁਣ ਲੋਕ 4 ਸਾਲ 11 ਮਹੀਨੇ ਤੁਹਾਡੀ ਵੇਟ ਕਰਨਗੇ, ਫਿਰ ਤੁਹਾਡਾ ਵਾਰੀ ਆਊਗੀ ਕਿ ਤੁਸੀਂ ਵੀ ਸੱਤਾ 'ਚ ਜਾਓਗੇ। ਬਦਲਾਅ ਕੁਝ ਨਹੀਂ ਹੋਣਾ, ਬਦਲਾਅ ਨਹੀਂ ਆਏ ਹੁੰਦੇ। ਜੇ ਬਦਲਾਅ ਹੋਣਾ ਹੁੰਦਾ ਤਾਂ ਬਹੁਤ ਸਮਾਂ ਪਹਿਲਾਂ ਹੁੰਦਾ। ਬਦਲਾਅ ਬੜੀ ਸਲੋ ਹੁੰਦਾ, ਉਹ ਕੋਈ ਵੀ ਨਹੀਂ ਕਰ ਸਕਦਾ, ਕਿਉਂਕਿ ਤੁਹਾਡੀਆਂ ਇੰਨੀਆਂ ਆਰਥਿਕ ਮਜਬੂਰੀਆਂ ਹੁੰਦੀਆਂ ਨੇ। ਤੁਸੀਂ ਇੱਕ ਦਿਨਾਂ ਦੇ ਵਿੱਚ ਤੁਹਾਡੇ ਕੋਲੇ ਅਲਾਦੀਨ ਦਾ ਚਿਰਾਗ ਨਹੀਂ ਆ ਜਾਂਦਾ ਕਿ ਘਸਾਓਗੇ ਜਨ ਬਾਹਰ ਆ ਜਾਊਗਾ ਤੇ ਜੋ ਕਹੋਗੇ ਹੋ ਜਾਊਗਾ। ਹੁਣ ਭਗਵੰਤ ਮਾਨ ਜੀ ਨੇ ਲੋਕਾਂ ਨੂੰ ਸਬਜ਼ ਬਾਗ ਤਾਂ ਬੜੇ ਵਿਖਾਏ, ਭਗਤ ਸਿੰਘ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਗੱਲ ਵੀ ਆਖੀ, ਠੀਕ। ਔਰ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਭਗਵੰਤ ਮਾਨ ਹੋਰਾਂ ਨੂੰ ਖੁਦ ਨੂੰ ਨੌਲੇਜ ਨਹੀਂ।
ਬਸ ਉਹ ਗੱਲ ਹੀ ਹੈ ਕਿ ਭਗਤ ਸਿੰਘ ਦੀ ਵਿਚਾਰਧਾਰਾ ਦੀ ਕਰ ਲੈਂਦੇ ਨੇ, banner ਇੱਕ ਹੈ। ਨਵਾਂ ਉਹਨਾਂ ਨੇ ਕਹਿ ਲੋ ਕਿ ਬੈਨਰ ਹੈ ਜੀ, ਮਤਲਬ ਜੀ, ਇੱਕ, ਕਿਉਂਕਿ ਜਿਹੜੇ ਇਹ ਸਿਆਸੀ ਲੋਕ ਹੁੰਦੇ ਨੇ ਕਿਸੇ ਨਾ ਕਿਸੇ ਆਜ਼ਾਦੀ ਘੁਲਾਟੀਏ ਨੂੰ ਜਾਂ ਕਿਸੇ ਹੋਰ ਇਹੋ ਜਿਹੇ ਨੇਤਾ ਨੂੰ ਜਿਹਨੇ ਦੇਸ਼ ਵਾਸਤੇ ਕੁਝ ਕੀਤਾ ਹੋਵੇ ਉਹਨੂੰ ਇਹ ਫਿਰ ਇੱਕ ਤਰ੍ਹਾਂ ਨਾਲ ਆਪਣੀ ਪਾਰਟੀ ਦੇ ਚਿੰਨ੍ਹ ਵਜੋਂ ਵਰਤਦੇ ਨੇ ਤੇ ਉਹਦੇ ਤੇ ਫਿਰ ਇਹ ਵੋਟਾਂ ਹਾਸਲ ਕਰਨ ਵਾਲਾ ਨਾਟਕ ਰਚਦੇ ਨੇ ਜੀ। ਤੋ ਇਹ ਭਗਤ ਸਿੰਘ ਹੋਰਾਂ ਨੂੰ ਲੈ ਕੇ ਰਚਿਆ ਗਿਆ। ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਵੋਟਾਂ ਨਹੀਂ ਪਾਈਆਂ। ਪੰਜਾਬ ਦੇ ਲੋਕਾਂ ਨੇ ਇਸ ਕਰਕੇ ਵੋਟਾਂ ਨਹੀਂ ਪਾਈਆਂ ਕਿ ਇੱਥੇ ਇਨਕਲਾਬ ਆ ਜਾਊਗਾ ਜਾਂ ਭਗਵੰਤ ਮਾਨ ਆਉਂਦਾ ਹੀ ਪਤਾ ਨਹੀਂ ਕਿ ਕੋਈ ਝੁਰਲੂ ਫੇਰ ਦੂਗਾ ਤੇ ਸਾਰਾ ਕੁਝ ਠੀਕ ਹੋ ਜਾਊਗਾ। ਸਾਡੀ ਤਾਂ ਮਜਬੂਰੀ ਸੀ। ਅਸੀਂ ਅੱਕੇ ਹੀ ਇੰਨੇ ਸੀ ਕਾਂਗਰਸੀਆਂ ਤੋਂ। ਪਹਿਲੀ ਗੱਲ ਤਾਂ ਅਕਾਲੀਆਂ ਤੋਂ, ਹਾਂ, ਕਾਂਗਰਸੀਆਂ 'ਚ ਤਾਂ ਸਾਨਾਂ ਦਾ ਭੀੜ ਹੀ ਪਿਆ ਰਿਹਾ, ਤੁਹਾਨੂੰ ਪਤਾ ਹੈ। ਅਕਾਲੀਆਂ ਨੇ ਪੰਜਾਬ ਦਾ ਸੱਤਿਆਨਾਸ਼ ਕਰਤਾ। ਨਾ ਇਹਨਾਂ ਨੇ ਧਰਮ ਦੀ ਰੱਖਿਆ ਕੀਤੀ, ਨਾ ਗੁਰੂ ਦੀ ਅਜ਼ਮਤ ਦੀ ਰਖਵਾਲੀ ਕੀਤੀ। ਇਹਨਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ। ਲੋਕ ਅੱਕੇ ਬਹੁਤ ਪਏ ਸੀਗੇ। ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਾਈਬਲ ਕਲਾਂ ਕੋਟਪੂਰਾ ਗੋਲੀ ਕਾਂਡ, ਹੋਰ ਬੜੀਆਂ ਗੱਲਾਂ ਨੇ, ਸਾਧ ਨੂੰ ਮਾਫੀਨਾਮਾ, ਠੀਕ। ਲੋਕ ਨਾ ਇਹ ਸੋਚਿਆ ਲੋਕਾਂ ਨੇ ਕਿ ਯਾਰ ਠੀਕ ਹੈ, ਮਤਲਬ ਇੱਕ ਪਾਸੇ ਖੂਹ ਹੈ, ਇੱਕ ਪਾਸੇ ਖਾਤਾ ਹੈ, ਇੱਕ ਪਾਸੇ ਖਾਈ ਹੈ। ਤੇ ਉਹਨਾਂ ਨੇ ਸੋਚਿਆ ਜਿਹੜਾ ਘੱਟ ਡੂੰਗਾ ਉਹਦੇ ਛਾਲ ਮਾਰ ਦਿਓ। ਡਿੱਗਣਾ ਤਾਂ ਹੈ ਹੀ ਹੈ, ਘੱਟ ਡੂੰਘਿਆਂ ਵਿੱਚ ਡਿੱਗ ਇਹ ਲੋਕਾਂ ਨੂੰ, ਪੰਜਾਬੀਆਂ ਨੂੰ ਪੂਰੀ ਤਰ੍ਹਾਂ ਅਹਿਸਾਸ ਹੈ ਕਿ ਡਿੱਗਣਾ ਜ਼ਰੂਰ ਹੈ ਆਪਾਂ। ਇਹ ਨਹੀਂ ਹੋਣਾ ਕਿ ਵੀ ਆਪਾਂ ਮਤਲਬ ਬਹੁਤ ਵਧੀਆ ਸਮਾਂ ਆ ਜਾਊਗਾ ਜਾਂ ਅੱਛੇ ਦਿਨ ਆ ਜਾਣਗੇ ਜਿਹੜੇ ਪਹਿਲਾਂ ਆਉਂਦੇ ਰਹਿ ਗਏ। ਤਾਂ ਉਹਨਾਂ ਨੇ ਸੋਚਿਆ ਖਾਈ 'ਚ ਹੀ ਮਾਰੂ ਛਾਲ। ਛੋਟੀ ਵਾਲੀ ਖਾਈ, ਛੋਟੀ ਵਾਲੀ ਖਾਈ। ਘੱਟ ਥੋੜੀਆਂ ਸੱਟਾਂ ਲੱਗੂਗੀਆਂ, ਮਾੜਾ ਮੋਟਾ ਗਾਰਾ ਲੱਗ ਜੂਗਾ, ਚੱਲ ਘਰੇ ਜਾ ਕੇ ਨਹਾ ਲਾਂਗੇ, ਥੋੜੀ ਬਹੁਤੀ ਸੱਟ ਪਿੱਟ ਲੱਗ ਜਾਏਗੀ, ਬਰਦਾਸ਼ਤ ਕਰ ਲਵਾਂਗੇ, ਘਰੇ ਜਾ ਕੇ ਨਹਾ ਲਾਂਗੇ, ਠੀਕ ਹੈ। ਪਰ ਜੇ ਖਾਤੇ 'ਚ ਡਿੱਗੇ ਤਾਂ ਹੋਰ ਮਾੜਾ ਹਾਲ ਹੋਊਗਾ। ਤਾਂ ਖੂਹ ਖਾਤੇ ਵਾਲਾ ਤਾਂ ਪਹਿਲਾਂ ਦੇਖ ਲਿਆ ਕੰਮ ਉਹਨਾਂ ਨੇ, ਤਾਂ ਖਾਈ ਬਚੀ ਸੀਗੀ ਤਾਂ ਉਹਨੇ ਕਿਹਾ ਚਲੋ ਮਾਰੋ ਛਾਲ, ਦੇਖੀ ਜਾਓ। ਉਹ ਛਾਲ ਮਾਰਤੀ। ਇਹ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਔਰ ਤੁਸੀਂ ਦੇਖਿਓ 5 ਸਾਲ ਬਾਅਦ ਇਹ ਜਿਹੜੀ ਗਿਣਤੀ ਹੈ ਨਾ 92 ਦੀ, ਇਹ 2 ਵੀ ਨਹੀਂ ਰਹਿਣੀ, ਕਿਉਂਕਿ ਜਿਹੇ ਜਿਹੇ ਚੱਜ ਨੇ ਨਾ ਸ਼ੁਰੂ ਤੋਂ ਹਨਾ ਵੀ ਰੋਜ਼ ਨਵਾਂ ਇੱਕ ਗੱਪ ਛੱਡ ਦਿਓ, ਜੀ। ਅਸੀਂ ਪੈਸੇ ਬਚਾਵਾਂਗੇ, 7000 ਕਰੋੜ ਰੁਪਈਆ ਅਸੀਂ ਐਡਵਰਟਾਈਜ਼ਮੈਂਟ ਦੀ ਲਾ ਦੇਵਾਂਗੇ ਜੀ। ਤੁਸੀਂ ਕਰ ਕੀ ਰਹੇ ਹੋ, ਕਹਿ ਕੀ ਰਹੇ ਹੋ? ਗੱਲ ਤੁਸੀਂ ਭਗਤ ਸਿੰਘ ਦੀ ਵਿਚਾਰਧਾਰਾ ਦੀ ਕਰ ਰਹੇ ਹੋ ਔਰ ਫਿਰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਤੁਸੀਂ ਸਿਕਿਉਰਿਟੀ ਆਏ ਦੇ ਰਹੇ ਹੋ ਜਿਵੇਂ ਪਤਾ ਨਹੀਂ ਉਹਨਾਂ ਨੂੰ ਕਿੱਡਾ ਖਤਰਾ ਪੈਦਾ ਹੋ ਗਿਆ। ਬਿਲਕੁਲ, ਇਹਦੇ ਨਾਲ ਹੀ ਗੱਲ ਕਰਦੇ ਹਾਂ ਪੁਰਾਣੇ ਮੰਤਰੀਆਂ ਤੇ ਵਿਧਾਇਕਾਂ ਦੀ ਜਿਨ੍ਹਾਂ ਦਾ ਸਰਕਾਰੀਆਂ ਕੋਠੀਆਂ ਖਾਲੀ ਕਰਨ ਨੂੰ ਦਿਲ ਨਹੀਂ ਕਰਦਾ ਪਿਆ। ਸੋ ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬੀਬੀ ਰਜਿੰਦਰ ਕੌਰ ਭੱਠਲ ਤੋਂ ਕਿੰਨੀ ਮੁਸ਼ਕਲ ਦੇ ਨਾਲ ਇੰਨੇ ਸਾਲਾਂ ਬਾਅਦ ਇਹ ਕੋਠੀ ਖਾਲੀ ਕਰਾਈ, ਪਰ ਹਜੇ ਵੀ ਬਹੁਤ ਕੋਠੀਆਂ ਇੱਦਾਂ ਦੀਆਂ ਨੇ ਜਿਹੜੀਆਂ ਕਿ ਪੁਰਾਣੇ ਵਿਧਾਇਕਾਂ ਨੇ ਜਿਹੜੀਆਂ ਖਾਲੀ ਨਹੀਂ ਕੀਤੀਆਂ। ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਸੜਕਾਂ ਤੇ ਖੜੇ ਨੇ, ਉਹਨਾਂ ਨੂੰ ਇੱਧਰ ਉੱਧਰ ਭਟਕਣਾ ਪੈ ਰਿਹਾ ਕਿ ਖਾਲੀ ਕਰਨ ਤੇ ਅਸੀਂ ਅੰਦਰ ਜਾਈਏ। ਬਹੁਤ ਸਾਰੇ ਇਹ ਕਹਿੰਦੇ ਨੇ ਕਿ ਜੇ ਅਸੀਂ ਖਾਲੀ ਕਰਦੇ ਪਏ ਹਾਂ, ਅਸੀਂ ਸ਼ਿਫਟ ਕਰਦੇ ਪਏ ਹਾਂ, ਅਸੀਂ ਕਰ ਦੇਵਾਂਗੇ। ਸੋ ਇਸ ਤਰ੍ਹਾਂ ਦੀ ਜਿਹੜੀ ਡਰਾਮੇਬਾਜ਼ੀ ਚੱਲਦੀ ਪਈ ਹੈ। ਪਰ ਇਹਦੇ ਵਿੱਚ ਇੱਕ ਖਬਰ ਇਹ ਵੀ ਆਈ ਹੈ ਕਿ ਸੈਕਟਰ 16 ਦੇ ਵਿੱਚ 500 ਨੰਬਰ ਦੀ ਇੱਕ ਕੋਠੀ ਹੈ ਜਿਹੜੀ ਸਾਰੇ ਮੰਤਰੀਆਂ ਦੀ ਪਸੰਦ ਬਣੀ ਹੋਈ ਹੈ। ਸਮਝ ਨਹੀਂ ਲੱਗਾ ਕਿ ਇਸ 500 ਨੰਬਰ ਕੋਠੀ ਦੇ ਵਿੱਚ ਖਾਸ ਹੈ ਕੀ, ਕਿਉਂਕਿ ਇਹਨੂੰ ਪਾਉਣ ਦੇ ਲਈ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਉੱਪਰ ਦੀ ਸਰਕਾਰ ਤੱਕ ਜਿਹੜੀ ਹੈ ਅਪਰੋਚ ਕੀਤੀ ਹੈ ਔਰ ਇਹਦੇ ਨਾਲ ਹੀ ਨਾਲ ਇਸ ਕੋਠੀ ਨੂੰ ਹੋਰ ਵੀ ਬਹੁਤ ਸਾਰੇ ਮੰਤਰੀ ਜਿਹੜੇ ਪਾਉਣ ਦੀ ਕੋਸ਼ਿਸ਼ ਕਰਦੇ ਪਏ ਨੇ। ਸਮਝ ਨਹੀਂ ਆਇਆ ਬਲਜੀਤ ਸਰ, 500 ਨੰਬਰ ਕੋਠੀ 'ਚ ਕੀ ਖਾਸ ਹੋਊਗਾ? ਖੁੱਲੀ ਡੁੱਲੀ ਹੋਣੀ ਆ, ਮੌਕੇ ਤੇ ਹੋਣੀ ਆ। ਅੱਛਾ, 2 ਪਾਸੇ 3 ਪਾਸੇ ਸੜਕਾਂ ਲੱਗਦੀਆਂ ਹੋਣੀਆਂ ਨੇ, ਠੀਕ ਆ। ਵਧੀਆ ਮਤਲਬ ਮੇਨਟੇਨੈਂਸ ਹੋਈ ਹੋਣੀ। ਹੋਰ ਕੀ ਉਹਦੇ 'ਚ ਲੂਲਾਂ ਲਟਕਦੀਆਂ ਹੋਣੀਆਂ। ਲੂਲਾਂ ਦੇਖੀਆਂ ਕਦੇ? ਨਹੀਂ। ਬੱਕਰੀ ਦੇ ਹੁੰਦੀਆਂ ਲੂਲਾਂ। ਅੱਛਾ। ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਅਸੀਂ ਤਾਂ ਲੂਲਾਂ ਮਤਲਬ ਕਿਉਂਕਿ ਬੱਕਰੀਆਂ ਦੇ ਉਦੋਂ ਇੱਜੜ ਹੁੰਦੇ ਸੀਗੇ, ਘਰਾਂ ਦੇ ਨਾਲ ਬਾੜੇ ਹੁੰਦੇ ਸੀਗੇ, ਤਾਂ ਫਿਰ ਸਵੇਰੇ ਟੱਲੀਆਂ ਖੜਕਦੀਆਂ ਜਾਂਦੀਆਂ ਸੀ ਤੇ ਕਿਸੇ ਦੇ ਲੂਲਾਂ ਹੁੰਦੀਆਂ ਨੇ। ਤੇ ਜਿਹੜੀ ਉਹ ਲੂਲਾਂ ਵਾਲੀ ਬੱਕਰੀ ਹੁੰਦੀ ਨਾ, ਫਿਰ ਉਹ ਆਪ ਖਾਸ ਹੀ ਅੰਦਾਜ਼ ਤੁਰਦੀ ਆ। ਉਹ ਇਹ ਇੱਥੇ ਲਟਕਦੀਆਂ ਹੁੰਦੀਆਂ ਨੇ, 2 ਲੋਬ ਜੇ ਹੁੰਦੇ ਨੇ ਜੀ ਔਰ ਉਹਨਾਂ ਤੇ ਵਾਲ ਵੀ ਹੁੰਦੇ ਨੇ ਤੇ ਉਹ ਐ ਪੂਰੀਆਂ 2, ਜਿਵੇਂ ਤੁਹਾਡਾ ਇੱਕ ਗਹਿਣਾ ਹੁੰਦਾ ਉਹਨੂੰ ਕਹਿੰਦੇ ਨੇ ਲੂਲ ਜੀ। ਉਹ ਲੂਲ ਗਹਿਣਾ ਜਿਹੜਾ ਉਹ ਇਸੇ ਤੋਂ ਬਣਿਆ। ਉਹ ਸਿਰਫ ਸੋਨੇ ਦੀ ਇੱਕ ਰੋਡ ਹੁੰਦੀ ਹੈ ਗੋਲ, ਤਾਂ ਉਹ ਕੰਨ ਦੇ ਵਿੱਚ ਪਾਈ ਹੁੰਦੀ ਹੈ, ਠੀਕ। ਤਾਂ ਉਹਨੂੰ ਲੂਲਾਂ ਕਹਿੰਦੇ ਆ। ਆਪਾਂ ਕਹਿੰਦੇ ਤੇਰੇ ਕੀ ਲੂਲਾਂ ਲੱਗੀਆਂ ਨੇ, ਉਹ ਲੂਲਾਂ ਜੀ। ਸੋ ਇਹਦੇ ਕੋਈ ਲੂਲਾਂ ਨਹੀਂ ਲੱਗੀਆਂ ਹੋਣੀਆਂ। ਇਹ ਕੋਠੀ ਵਰਗੀ ਕੋਠੀ ਹੋਣੀ ਹੈ, ਖੁੱਲੀ ਡੁੱਲੀ ਹੋਣੀ ਹੈ, ਬਾਕੀ ਕੋਠੀਆਂ ਨਾਲੋਂ ਚੰਗੀ ਹੋਣੀ ਹੈ। ਹੁਣ ਤੁਸੀਂ ਦੱਸੋ ਕਿ ਇਹ ਜਿਹੜੇ ਨਹੀਂ ਕੋਠੀਆਂ ਖਾਲੀ ਕਰ ਰਹੇ,
ਇਹਨਾਂ ਨੂੰ ਲੋਕਾਂ ਨੇ ਕਦੇ ਜਿਤਾਇਆ ਸੀ? ਔਰ ਇਹ ਉਹ ਲੋਕ ਨੇ ਜਿਹੜੇ ਫਿਰ ਲੋਕਾਂ ਨੂੰ ਉਪਦੇਸ਼ ਦਿੰਦੇ ਆ ਕਿ ਵੀ ਐਂ ਨਹੀਂ ਚਾਹੀਦਾ ਹੁੰਦਾ, ਐਂ ਨਹੀਂ ਕਰੀਦਾ ਹੁੰਦਾ, ਪਰ ਇਹ ਅੰਦਰੋਂ ਨਾ ਬਹੁਤ ਛੋਟੀ ਮਾਨਸਿਕਤਾ ਵਾਲੇ ਹੁੰਦੇ ਜਿਨ੍ਹਾਂ ਨੂੰ ਆਪਾਂ ਵਿਧਾਇਕ ਜਾਂ ਮੰਤਰੀ ਸਮਝ ਲੈਂਦੇ ਹਾਂ। ਜੀ ਹੁਣ ਤੁਸੀਂ ਵੇਖੋ ਜੀ, ਕਈਆਂ ਨੇ ਕੋਠੀਆਂ ਖਾਲੀ ਕੀਤੀਆਂ ਸਰਕਾਰੀ, ਉਹ ਸਮਾਨ ਹੀ ਲੈ ਗਏ ਬਿਲਕੁਲ, ਬਹੁਤ ਸਮਾਨ ਚੱਕ ਕੇ ਲੈ ਗਏ ਜੀ। ਇਹ ਤਾਂ ਉਹ ਗੱਲ ਹੋ ਜਾਂਦੀ ਹੈ ਜਿਵੇਂ ਆਪਾਂ ਇੱਕ ਵਾਰੀ ਮਜ਼ਾਕ ਕਰ ਦਿੰਦੇ ਹੁੰਦੇ ਕਿਸੇ ਨੂੰ ਕਿ ਅਸੀਂ ਨਵੇਂ ਹੋਟਲ ਚ ਗਏ ਤੇ ਅਸੀਂ ਉੱਥੇ ਦੇ ਤੌਲੀਏ, ਸ਼ੈਂਪੂ, ਪਾਊਡਰ ਚੱਕ ਲਿਆਉਂਦੇ ਆ, ਹਨਾ। ਸੋ ਕਈ ਲੋਕ ਏਦਾਂ ਕਰਦੇ ਨੇ। ਤੁਸੀਂ ਦੇਖੋ ਕਿ ਕਿਹੜੀ ਜਗ੍ਹਾ ਗਏ ਸੀਗੇ, ਸਿੰਗਾਪੁਰ, ਇੱਕ ਫੈਮਿਲੀ ਗਈ, ਪੂਰੀ ਧਨਾੜ ਫੈਮਿਲੀ, ਸਿੰਗਾਪੁਰ ਦੇ ਆਲੀਸ਼ਾਨ ਹੋਟਲ 'ਚ ਵੀ ਰਹੀ। ਉਹ ਉੱਥੋਂ ਚਾਦਰਾਂ ਤੱਕ ਲੈ ਆਏ ਮਤਲਬ, ਔਰ ਉਹ ਬਾਹਰ ਜਦੋਂ ਆਏ ਫਿਰ ਪਾਰਕਿੰਗ ਦੇ ਵਿੱਚ, ਤੇ ਉੱਥੇ ਉਹਨਾਂ ਨੇ ਖੁਲਵਾ ਲਿਆ ਸਾਰਾ ਕੁਝ, ਤੇ ਉਹ ਫਿਰ ਉਹਨਾਂ ਨੂੰ ਕਹਿੰਦੇ ਸੀਗੇ ਵੀ ਤੁਸੀਂ ਸਾਡੀ ਵੀਡੀਓ ਨਾ ਬਣਾਓ ਤੇ ਸਾਰਾ ਕੁਝ ਮਤਲਬ ਇਹਦਾ ਪੈਸੇ ਵੀ ਲੈ ਲਓ, ਅਸੀਂ ਦੇ ਦਿੰਦੇ ਹਾਂ, ਸਮਾਨ ਵੀ ਲੈ ਲਓ, ਆਪਣਾ ਸਮਾਨ ਲੈ ਲਓ ਤੇ ਪੈਸੇ ਵੀ ਲੈ ਲਓ। ਉਹ ਕਹਿੰਦਾ ਨਹੀਂ, ਬਖਸ਼ਣਾ ਨਹੀਂਗਾ। ਇਹ ਵੀ ਉਦੋਂ ਘੱਟ ਮਾਨਸਿਕਤਾ ਵਾਲੇ ਨਹੀਂ ਹੈਗੇ ਜੀ। ਇਹਦੀ ਦੀ ਮਾਨਸਿਕਤਾ ਵੀ ਉਨੀ ਕੀ ਦੂਸ਼ਿਤ ਹੈ। ਔਰ ਇਹ ਬੰਦੇ ਜਿਹੜੇ ਹੁੰਦੇ ਨਾ, ਆਪਾਂ ਕਹਿ ਦਿੰਦੇ ਬਹੁਤ ਵੱਡਾ ਮੰਤਰੀ ਹੈ ਜੀ, ਫਲਾਨਾ ਮੁੱਖ ਮੰਤਰੀ ਹੈ ਜੀ, ਤੇ ਕੋਈ ਹੁੰਦਾ ਜ਼ਮੀਰ ਵਾਲਾ, ਬਾਕੀ ਤਾਂ ਸਾਰੇ ਇਹੀ ਹੁੰਦੇ ਆ ਵੀ ਜੇ ਕੋਈ ਸਰਕਾਰੀ ਕੋਠੀ 'ਚ ਠਹਿਰੇ ਉਥੋਂ ਵਾਲਾ ਟੇਬਲ ਚੁਕਾ ਲਿਆਏ। ਇੱਕ ਬਹੁਤ ਵੱਡੇ ਪਰਿਵਾਰ ਦੀ ਇੱਕ ਨੂੰਹ ਇੱਕ ਦਫ਼ਤਰ 'ਚ ਜਾਂਦੀ ਹੈ ਜੀ। ਉਹ ਜਿਹੜਾ ਦਫ਼ਤਰ ਹੈ ਉਹ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਦਾ। ਉਹ ਜਾ ਕੇ ਉਹ ਦੇਖਦੀ ਆ ਉੱਥੇ, ਤੇ ਉਹ ਕਹਿੰਦੀ ਵੀ ਤੁਹਾਡਾ ਜਿਹੜਾ ਫਰਨੀਚਰ ਹੈ ਇਹ ਬੜਾ ਐਂਟੀਕ ਹੈ। ਅੱਛਾ। ਉਹ ਕਹਿੰਦੇ ਸ਼ੁਕਰੀਆ। ਕਹਿੰਦੀ ਸ਼ੁਕਰੀਆ ਵਾਲੀ ਗੱਲ ਨਹੀਂ, ਇਹਨੂੰ ਲੋਡ ਕਰਵਾ ਕੇ ਭਜਵਾ ਦਿਓ, ਫਰਨੀਚਰ ਹੋਰ ਆ ਜਾਊਗਾ। ਮਤਲਬ ਲੋਕਾਂ ਦੀ ਨੀਅਤ ਜਿਹੜੀ ਹੈ ਉਹਦਾ ਪੈਮਾਨਾ ਜੇ ਆਪਾਂ ਦੇਖੀਏ ਬੜਾ ਛੋਟਾ ਹੈ। ਉਹ ਇੰਨੀ ਕੀ ਮਤਲਬ ਇੰਨੀ ਕੁ ਨੀਅਤ ਹੀ ਹੋਣੀ ਹੈ ਉਹਨਾਂ ਦੀ, ਬਹੁਤ ਛੋਟੀ, ਕਿ ਉਹ ਕਿਸੇ ਵੀ ਚੀਜ਼ ਤੇ ਡੁੱਲ ਜਾਂਦੇ ਨੇ। ਹੋਰ ਨਹੀਂ ਤਾਂ ਹੋਰ ਕਈ ਮੈਂ ਇਹੋ ਜਿਹੇ ਵੇਖੇ ਟਾਇਲਟ ਪੇਪਰ ਹੀ ਲਾ ਲਿਆਉਂਦੇ ਨੇ। ਸੋ ਤੇ ਤੁਹਾਡੀ ਮਾਨਸਿਕਤਾ ਦਾ ਪਤਾ ਲੱਗਦਾ ਹੈ ਕਿ ਕਿੰਨੀ ਛੋਟੀ ਮਾਨਸਿਕਤਾ ਦੀ। ਜਿਹੜੇ ਕੋਠੀਆਂ ਨਹੀਂ ਖਾਲੀ ਕਰ ਰਹੇ, ਇਹਨਾਂ ਦੀ ਮਾਨਸਿਕਤਾ ਵੀ ਉਹਨਾਂ ਟਾਇਲਟ ਪੇਪਰ ਚੱਕਣ ਵਾਲਿਆਂ ਵਾਲੀ ਹੈ ਜੀ। ਬੰਦੇ ਨੂੰ ਤੁਸੀਂ, ਤੁਹਾਡਾ ਕੰਮ ਖਤਮ ਹੋ ਗਿਆ, ਅੱਜ ਤੁਸੀਂ ਮਤਲਬ ਨਹੀਂ ਰਹੇ ਵਿਧਾਇਕ ਜੀ, ਆਪਣਾ ਜੁੱਲੀ ਤਪੜਾ ਚੱਕੋ, ਘਰੇ ਜਾਓ। ਇਦੋਂ ਪਹਿਲਾਂ ਕਿ ਤੁਹਾਨੂੰ ਕੋਈ ਕਹੇ ਔਰ ਤੁਹਾਡੀ ਬੇਇੱਜ਼ਤੀ ਕਰੇ, ਅਖਬਾਰਾਂ ਦੇ ਵਿੱਚ ਖਬਰਾਂ ਛਪਣ ਵੀ ਤੁਹਾਨੂੰ ਅਕਲ ਹੋਣੀ ਚਾਹੀਦੀ ਹੈ, ਪਰ ਨਹੀਂ। ਉਹ ਕਹਿੰਦੇ ਨਾ ਵੀ ਢੀਠ ਬੰਦਾ ਜਿਹੜਾ ਹੁੰਦਾ ਨਾ, ਉਹਦਾ ਕੋਈ ਇਲਾਜ ਨਹੀਂ ਹੁੰਦਾ। ਔਰ ਇਹ ਮਤਲਬ ਪ੍ਰਕਾਂਡ ਢੀਠ ਹੁੰਦੇ ਆ, ਇਹਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ। ਇਸ ਗੱਲ 'ਚ ਲੱਜ਼ਤ ਲਈ ਜਾਂਦੇ ਵੀ ਨਹੀਂ ਕਰਦੇ। ਬਿਲਕੁਲ ਜੀ, ਬਿਲਕੁਲ। ਔਰ ਬਾਰ-ਬਾਰ ਅਸੀਂ ਕਹਿੰਦੇ ਆ ਕਿ ਕੋਈ ਕਹਿ ਕੇ ਖਾਲੀ ਕਰਾਵੇ ਉਹ ਤੋਂ ਚੰਗਾ ਹੁੰਦਾ ਆਪ ਹੀ ਖਾਲੀ ਕਰ ਲੈਣਾ। ਇੱਕ ਆਪਣੀ ਸਿਆਣਪ ਹੁੰਦੀ ਹੈ, ਪਰ ਜੇਕਰ ਸਾਡੇ ਨੇਤਾਵਾਂ ਨੇ ਸੋਚ ਹੀ ਰੱਖਿਆ ਕਿ ਅਸੀਂ ਸਿਆਣਪ ਦਿਖਾਉਣੀ ਨਹੀਂ ਲੋਕਾਂ ਨੂੰ, ਅਸੀਂ ਮੂਰਖਤਾ ਦਿਖਾਉਣੀ ਹੈ, ਤੇ ਬਸ ਫਿਰ ਲੋਕ ਆਪੇ ਖਾਲੀ ਕਰਵਾ ਲੈਣਗੇ। ਇਹੀ ਜਿਹੜੇ ਵੱਡੇ ਅਫਸਰ ਹੁੰਦੇ ਆ, ਉਹ ਵੀ ਮੈਂ ਦੇਖਿਆ ਵੀ ਆਪਾਂ ਨੂੰ ਜਦੋਂ ਉਹ ਕੋਈ IAS ਜਾਂ IPS ਜਾਂ ਕੋਈ ਹੋਰ ਅਧਿਕਾਰੀ ਦੇਖਿਆ, ਆਪਾਂ ਨੂੰ ਲੱਗਦਾ ਜਦੋਂ ਆਪਾਂ ਮਿਲਦੇ ਹਾਂ ਕਿ ਯਾਰ ਦੇਖੋ ਬੰਦਾ ਕਿੱਡੀ ਮਤਲਬ ਵੱਡੀ ਮਾਨਸਿਕਤਾ ਵਾਲਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਇੱਕ IAS ਅਫਸਰ ਸੀਗਾ ਅਸਾਮ ਦਾ ਜੀ। ਉਹਨੇ ਆਪਣੇ ਇੱਕ ਮਿੱਤਰ ਨੂੰ ਦੇਹਰਾਦੂਨ ਫੋਨ ਕੀਤਾ ਕਿ ਮੈਂ ਮਸੂਰੀ ਜਾਣਾ ਜੀ, ਤੇ ਮੈਂ ਕਿਵੇਂ, ਉਹ ਕਹਿੰਦਾ ਤੂੰ ਆ ਜਾ, ਕੋਈ ਗੱਲ ਨਹੀਂ। ਉਹ IAS ਕਰਕੇ ਉੱਥੇ ਡੈਪੂਟੇਸ਼ਨ ਲੱਗ ਗਿਆ ਸੀ ਜੀ, ਤੇ ਇਹ ਉਹਦਾ ਜੂਨੀਅਰ ਸੀਗਾ ਤੇ ਉੱਥੇ ਟ੍ਰੇਨਿੰਗ ਕਰ ਰਿਹਾ ਸੀ, ਜਿਹਨੂੰ ਉਹ ਫੋਨ ਕਰਦਾ। ਉਹ ਕਹਿੰਦਾ ਕੋਈ ਗੱਲ ਨਹੀਂ, ਤੂੰ ਆ ਜਾ ਤੇ ਮੈਂ ਇੱਥੋਂ ਇੰਤਜ਼ਾਮ ਕਰ ਦੂੰਗਾ। ਉਹਨੇ ਉੱਥੋਂ ਗੱਡੀ ਕਰਾਤੀ, ਉਹਨੂੰ ਟੈਕਸੀ ਮਸੂਰੀ ਵਾਸਤੇ ਟੈਕਸੀ ਕਰਾਤੀ। ਤਾਂ ਉੱਥੋਂ ਉਹ ਬੰਦਾ ਉਹ ਕਹਿੰਦਾ ਵੀ ਇੰਨੇ ਪੈਸੇ ਲੈਣਗੇ, ਦੇ ਦੂੰ। ਤੇ ਉਹ ਲੜ ਪਿਆ ਉਹਦੇ ਨਾਲ। ਲੜਿਆ ਕਿੰਨੇ ਵਾਸਤੇ ਜੀ? 100 ਰੁਪਏ ਵਾਸਤੇ, ਕਿ ਤੂੰ 100 ਰੁਪਏ ਵੱਧ ਲੈ ਰਿਹਾ। ਸੋ ਕਹਿ ਸਕਦੇ ਆ ਛੋਟੀ ਉਦਾਹਰਨਾਂ ਹੁੰਦੀਆਂ ਨੇ ਜਿੱਥੇ ਸਾਨੂੰ ਬੰਦੇ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਬੰਦੇ ਵੀ ਘਟੀਆ ਸੋਚ ਦੇ ਮਾਲਕ ਹੋ ਸਕਦੇ ਨੇ। ਸੋ ਇਹ ਸਾਰੇ ਵਿਧਾਇਕ ਜਿਹੜੇ ਨੇ ਇਹੀ ਦਿਖਾ ਰਹੇ ਨੇ ਕਿ ਸਾਡੀ ਮਾਨਸਿਕਤਾ ਕਿਹੋ ਜਿਹੀ ਹੈ। ਬੜੀ ਸ਼ਰਮ ਵਾਲੀ ਗੱਲ ਹੈ ਕਿ ਤੁਹਾਡੀਆਂ ਅਖਬਾਰਾਂ ਦੇ ਵਿੱਚ ਹਰ ਰੋਜ਼ ਖਬਰਾਂ ਲੱਗ ਰਹੀਆਂ ਨੇ ਕਿ ਫਲਾਣੇ ਨੇ ਹਜੇ ਤੱਕ ਕੋਠੀ ਖਾਲੀ ਨਹੀਂ ਕੀਤੀ, ਜਾਂ ਫਲਾਣਾ ਕੋਠੀ ਖਾਲੀ ਕਰਦਾ ਸਮਾਂ ਆਹ ਚੀਜ਼ਾਂ ਚੁੱਕ ਕੇ ਲੈ ਗਿਆ। ਸੋ ਬੜੀ ਸ਼ਰਮ ਵਾਲੀ ਗੱਲ ਹੈ। ਇਹੋ ਜਿਹੀਆਂ ਜਿਹੜੀਆਂ ਖਬਰਾਂ ਨੇ ਇਹਨਾਂ ਦੀ ਉਮੀਦ ਨਹੀਂ ਕੀਤੀ ਜਾਂਦੀ, ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਾਡੇ ਮੁਲਕ ਦੇ ਵਿੱਚ ਇਹੋ ਜਿਹੇ ਵਿਧਾਇਕ ਨੇ ਜਿਨ੍ਹਾਂ ਦੀਆਂ ਇਹੋ ਜਿਹੀਆਂ ਖਬਰਾਂ ਅਸੀਂ ਤਕਰੀਬਨ ਪੜ੍ਹਦੇ ਹਾਂ। ਇਹਦੇ ਨਾਲ ਚੰਗੇਰ ਪ੍ਰੋਗਰਾਮ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਸਾਨੂੰ ਦਿਓ ਇਜਾਜ਼ਤ, ਅਸੀਂ ਕੱਲ ਫਿਰ ਹਾਜ਼ਰ ਹੋਵਾਂਗੇ ਨਵੇਂ ਲੈ ਕੇ ਪੱਖ ਦੇ ਮੁੱਦੇ। ਸਤਿ ਸ਼੍ਰੀ ਅਕਾਲ।